ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੰਧ ਧੁੰਦ ਬਹੁ ਤੁਮ ਤੇ ਚੜੀ ਧੂਲ ਅਸਮਾਨ, ਤੁਮ ਪਰੀ ਬਹੁ ਬੀਰ ਕੀ ਮਾਨੀ ਸਭ ਨੇ ਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਆਪ ਜੀ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਜੰਗ ਲੜ ਰਹੇ ਹਨ। ਪਹਾੜੀਆਂ ਦੇ ਕਹਿਣ ਤੇ ਪਾਤਸ਼ਾਹ ਜੀ ਨੇ ਕਿਲ੍ਹਾ ਵੀ ਛੱਡ ਦਿੱਤਾ ਹੈ। ਉਹਨਾਂ ਦਾ ਖਿਆਲ ਸੀ ਸ਼ਾਇਦ ਕਿਲ੍ਹੇ ਚੋਂ ਬਾਹਰ ਕੱਢ ਕੇ ਅਸੀਂ ਫੜ ਲਵਾਂਗੇ, ਪਰ ਸ਼ਾਹ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ ਨੂੰ ਕੌਣ ਹੱਥ ਪਾ ਸਕਦਾ ਹੈ। ਗੁਰੂ ਪਿਆਰਿਓ, ਨਿਰਮੋਹ ਦੇ ਮੈਦਾਨ ਵਿੱਚ ਵੀ ਕਾਫੀ ਜੰਗ ਹੋਇਆ। 2-3 ਦਿਨ ਤੁਰਕਾਂ ਨੇ ਵੀ ਆ ਕੇ ਜ਼ੋਰ ਲਾ ਲਿਆ, ਪਰ ਕੋਈ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇੜੇ ਨਹੀਂ ਪਹੁੰਚ ਸਕਿਆ। ਇਸ ਤਰ੍ਹਾਂ ਗੁਰੂ ਪਿਆਰਿਓ, ਜੰਗ ਲੜਦੀਆਂ ਲੜਦੀਆਂ ਫੌਜਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਬਾਹਰ, ਕਈ ਕਿਲ੍ਹਿਆਂ ਦਾ ਇਹ ਮੈਦਾਨ ਹੈ ਦੂਰ ਤੱਕ, ਔਰ ਲੜਦੇ ਲੜਦੇ ਸਰਸਾ ਨਦੀ ਦੇ ਨੇੜੇ ਵੱਲ ਜਾ ਰਹੇ ਹਨ। ਔਰ ਗੁਰੂ ਦੀਆਂ ਫੌਜਾਂ ਪਿਛਲੇ ਪੈਰੀ ਨਾਲੇ ਲੜ ਰਹੀਆਂ, ਨਾਲੇ ਦੁਸ਼ਮਣਾਂ ਨੂੰ ਮਾਰ ਦੇ ਰਹੀਆਂ, ਤੇ ਨਾਲੇ ਗੁਰੂ ਪਿਆਰਿਓ ਸਰਸਾ ਨਦੀ ਵੱਲ ਜਾ ਰਹੀਆਂ। ਹੁਣ ਸਤਿਗੁਰਾਂ ਨੇ ਸਿੰਘਾਂ ਦੀ ਡਿਊਟੀ ਲਾਈ ਵੀ ਦੁਸ਼ਮਣ ਨੂੰ ਨਦੀ ਪਾਰ ਨਹੀਂ ਕਰਨ ਦੇਣਾ ਆਪਾਂ। ਤੇ ਗੁਰੂ ਦੀਆਂ ਫੌਜਾਂ, ਜਿਵੇਂ ਪਿੱਛੇ ਆਪਾਂ ਕੱਲ ਸਰਵਣ ਕੀਤਾ, ਜਿਨ੍ਹਾਂ ਸਿੰਘਾਂ ਦੇ ਨਾਮ ਆਪਾਂ ਨੇ ਸਰਵਣ ਕੀਤੇ, ਭਾਈ ਬਾਬਾ ਅਜੀਤ ਸਿੰਘ ਜੀ, ਉਦੈ ਸਿੰਘ, ਆਲਮ ਸਿੰਘ, ਮੋਹਕਮ ਸਿੰਘ, ਬਖਸ਼ ਸਿੰਘ, ਬਖਸ਼ੀਸ਼ ਸਿੰਘ, ਈਸ਼ਰ ਸਿੰਘ ਆਦਿ, ਇਹਨਾਂ ਸਿੰਘਾਂ ਨੇ ਗੁਰੂ ਪਿਆਰਿਓ ਮੈਦਾਨ ਮੰਨ ਲਿਆ। ਤੇ ਗੁਰੂ ਪਾਤਸ਼ਾਹ ਵੀ ਆਪਣੇ ਤੀਰਾਂ ਦੇ ਨਾਲ ਵਾਛੜ ਕਰ ਰਹੇ ਹੈ, ਔਰ ਬੇਅੰਤ ਦੁਸ਼ਮਣਾਂ ਦਾ ਜਿਹੜਾ ਹੈ ਖਾਤਮਾ ਕਰਦੇ ਜਾ ਰਹੇ ਹਨ। ਆਓ ਹੁਣ ਕਿਸ ਤਰ੍ਹਾਂ ਸਰਸਾ ਨਦੀ ਵੱਲ ਜਾਂਦੇ ਆ ਤੇ ਅੱਗੇ ਕੀ ਹੁੰਦਾ ਹੈ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਹਿ ਲਗ ਕਿ 900 ਪਟ ਪਰ ਗੁਰ ਕੇ ਗੇ ਹਟਾਵਨ ਆਗੀ। ਇਸ ਤਰ੍ਹਾਂ ਭਾਈ ਸਾਹਿਬ ਸੰਤੋਖ ਸਿੰਘ ਕਵੀ ਕਹਿਣ ਲੱਗੇ, ਮੈਂ ਤੁਹਾਨੂੰ ਦੁਸ਼ਮਣ ਆਪਣਾ ਗੁਰੂ ਕੀਆਂ ਫੌਜਾਂ ਦੇ ਨਾਮ ਕਿੰਨੇ ਕੁ ਦੱਸਾਂ, ਕਿਉਂਕਿ ਹਜ਼ਾਰਾਂ ਦੀ ਗਿਣਤੀ 'ਚ ਫੌਜਾਂ। ਕੁਝ ਮੁਖੀ ਸਿੰਘਾਂ ਦੇ ਨਾਮ ਭਾਈ ਸਾਹਿਬ ਜੀ ਨੇ ਇੱਥੇ ਲਏ। ਕਹਿੰਦੇ ਇਉਂ ਗੁਰੂ ਕੇ ਸਿੰਘਾਂ ਨੇ ਦੁਸ਼ਮਣ ਨੂੰ ਰੋਕਣਾ ਸ਼ੁਰੂ ਕੀਤਾ ਜੀ। ਚਮਕ ਮਨੇ ਚੈ ਰੋਕ ਤੁਸ ਦੇ ਸਿੰਘ ਸੋ ਬਰਜਨ ਲਾਗੇ। ਔਰ ਮਲੇਸ਼ੀਆ ਦੀ ਫੌਜ, ਭਾਵ ਵਜੀਦੇ ਦੀ ਫੌਜ, ਤੁਰਕਾਂ ਦੀ ਫੌਜ ਜਿਹੜੀ ਹੈ ਸਤਿਗੁਰਾਂ ਵੱਲ ਵਧਣਾ ਚਾਹੁੰਦੀ ਹੈ, ਪਰ ਗੁਰੂ ਕੇ ਸਿੰਘ ਉਹਨਾਂ ਨੂੰ ਰੋਕ ਰਹੇ ਹਨ। ਦੋਨੋਂ ਕੇ ਪਟ ਭੀੜ ਭਿਅੰਕਰ ਸ਼ਾਸਤਰ ਪੁੰਜ ਪਰਿਖਾਏ। ਔਰ ਦੋਨਾਂ ਹੀ ਫੌਜਾਂ ਦੇ ਸਿਪਾਹੀਆਂ ਨੇ, ਪਹਾੜੀਆਂ ਨੇ, ਤੁਰਕਾਂ ਨੇ, ਤੇ ਇਧਰੋਂ ਗੁਰੂ ਕੀਆਂ ਫੌਜਾਂ ਨੇ ਚੰਗੇ ਸ਼ਾਸਤਰ ਚਲਾਏ। ਅਥਾ ਬਤ ਹੈ ਕਿ ਗੁੱਤ ਜੁੱਤੇ ਮਥੇ ਮਾਰ ਉਲਟਾਏ। ਔਰ ਅਖੀਰ ਫੌਜਾਂ ਇੱਕ ਦੂਜੇ ਦੇ ਨੇੜੇ ਪਹੁੰਚ ਗਈਆਂ ਤੇ ਜੰਗ ਜਿਹੜਾ ਹੈ ਹੱਥੋਂ ਵੱਥੀ ਦਾ ਹੋ ਗਿਆ ਹੈ ਜੀ। ਆਦੀ ਚਮਕ ਅਵਲੋਕ ਵਜੀਦੇ ਜਥੇਦਾਰ ਪਦ ਔਰੰਗ। ਔਰ ਇਧਰ ਜਦੋਂ ਵਜੀਦ ਖਾਨ ਨੇ ਦੇਖਿਆ ਹੈ ਕਿ ਫੌਜ ਜਿਹੜੀ ਹੈ ਹਿਲ ਖਲੋਤੀ ਹੈ, ਭਾਵ ਅੱਗੇ ਵੱਧ ਰਹੀ ਹੈ। ਇਤ ਕੋ ਜਾਏ ਤਰੰਗਮ ਪ੍ਰੇਰਤ ਰੋਕ ਲੈ ਤਿਸ ਠੌਰ। ਔਰ ਉਸੇ ਪਾਸੇ ਨੂੰ ਜਿੱਧਰੋਂ ਫੌਜ ਪੁੱਠੀ ਮੁੜਦੀ ਹੈ, ਭੱਜਦੀ ਹੈ ਡਰਦੀ ਸਿੰਘਾਂ ਤੋਂ, ਉਹਨਾਂ ਨੂੰ ਪ੍ਰੇਰ ਕੇ ਅੱਗੇ ਕਰਦਾ ਹੈ। ਆਪਰੇ ਪੀਛਨ ਸਤਿਗੁਰ ਐਚ ਐਚ ਗਨ ਮਾਰੇ। ਜਦੋਂ ਉਹਨਾਂ ਦੀ ਮੁਗਲਾਂ ਦੀ ਫੌਜ ਪਿੱਛੇ ਮੁੜਦੀ ਹੈ ਤੇ ਵਜੀਦਾ ਕਹਿੰਦਾ ਅੱਗੇ ਵਧੋ,
ਕਿੰਨੇ ਕੁ ਸਿੰਘ ਆ, ਥੋੜੇ ਜਿਹੇ ਸਿੰਘ ਆ। ਹੁਣ ਫੜ ਲਾਂਗੇ ਆਪਾਂ ਗੁਰੂ ਗੋਬਿੰਦ ਸਿੰਘ ਨੂੰ, ਜਿੱਤ ਆਪਣੇ ਹੱਥ ਵਿੱਚ ਹੈ। ਪਰ ਸਤਿਗੁਰਾਂ ਦਾ ਜਿਹੜਾ ਹੁਕਮ ਹੈ, 1.25 ਲੱਖ ਸੇ ਏਕ ਲੜਾਓ ਤਵੇ ਗੋਬਿੰਦ ਸਿੰਘ ਨਾਮ ਕਹਾਉ ਵਾਲੀ ਕਲਾ ਇੱਥੇ ਵਰਤ ਰਹੀ ਹੈ। ਭਾਵੇਂ ਸਿੰਘ ਦੁਸ਼ਮਣ ਦੀ ਫੌਜ ਨਾਲੋਂ 10% ਘੱਟ ਹਨ, ਜੀ ਉਹ 100% ਹੈ, ਇੱਧਰ 10% ਹੈ, ਜੀ ਉਹ ਲੱਖਾਂ ਦੀ ਗਿਣਤੀ 'ਚ ਹੈ, ਇੱਧਰ ਕੁਝ ਹਜ਼ਾਰਾਂ ਦੀ ਗਿਣਤੀ 'ਚ ਹਨ ਸਿੰਘ। ਪਰ ਫਿਰ ਵੀ ਦੁਸ਼ਮਣ ਨੂੰ ਚੰਗੇ ਲੋਹੇ ਦੇ ਚਲੇ 'ਚ ਮਾਰੇ ਹਨ। ਤੇ ਵਜੀਦਾ ਹੈਰਾਨ ਹੈ ਕਿ ਸਾਡੀ ਫੌਜ ਅੱਗੇ ਕਿਉਂ ਨਹੀਂ ਵਧਦੀ, ਕਿਉਂਕਿ ਗੁਰੂ ਕੇ ਜਿਹੜੇ ਸਿੰਘ ਆ ਉਹ ਪ੍ਰੇਮ ਦੇ ਵਿੱਚ ਲੜ ਰਹੇ ਨੇ, ਗੁਰੂ ਦੇ ਪ੍ਰੇਮ 'ਚ। ਔਰ ਜਿਹੜਾ ਦੁਸ਼ਮਣ ਹੈ ਉਹ ਤਨਖਾਹ ਲੈਣ ਵਾਸਤੇ, ਜਾਨ ਬਚਾਉਣ ਵਾਸਤੇ ਲੜ ਰਿਹਾ ਹੈ। ਜਿਹਨੇ ਜਾਨ ਬਚਾਉਣ ਦੀ ਇੱਛਾ ਹੈ ਉਹ ਅੱਗੇ ਹੋ ਕੇ ਲੜ ਨਹੀਂ ਸਕਦਾ, ਉਹ ਕਦੇ ਜਿੱਤ ਨਹੀਂ ਸਕਦਾ। ਗੁਰੂ ਕੀਆਂ ਫੌਜਾਂ ਤਲੀ ਤੇ ਸਿਰ ਰੱਖ ਕੇ ਘੁੰਮ ਰਹੀਆਂ ਹਨ, ਇਸ ਕਰਕੇ ਵਜੀਦਾ ਫੌਜ ਨੂੰ ਅੱਗੇ ਕਰਦਾ ਹੈ। ਇਧਰ ਗੁਰੂ ਕੀਆਂ ਫੌਜਾਂ ਦੇ, ਗੁਰੂ ਸਾਹਿਬ ਦੇ ਖਪਰੇ ਤੀਰ ਦੁਸ਼ਮਣਾਂ ਨੂੰ ਖਿੱਚ ਖਿੱਚ ਕੇ ਜਦ ਵੱਜਦੇ ਹਨ। ਐਸਾ ਮੇਤਰਾ ਨ ਖੇਤ ਰਹਿਓ ਸੋ ਸੰਗੀ ਕਿਤਕ ਸੰਗਾਰੇ। ਔਰ ਗੁਰੂ ਕੇ ਛੱਡੇ ਹੋਏ ਤੀਰ ਹੈ ਜਿਹੜੇ ਇੱਕ ਇੱਕ ਦੋ ਦੋ ਤਿੰਨ ਤਿੰਨ ਸਿਪਾਹੀਆਂ ਦੇ ਵਿੱਚੋਂ ਦੀ ਲੰਘ ਜਾਂਦੇ ਐ, ਔਰ ਕਈ ਵਾਰੀ ਤਾਂ ਘੋੜਿਆਂ ਦੇ ਵਿੱਚ ਦੀ ਲੰਘਦੇ ਹਨ, ਤੇ ਜਿਨ੍ਹਾਂ ਦੇ ਵੱਜਦਾ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਹੀ ਰੱਖ ਲੈਂਦੇ ਜੀ। ਉਦ ਤੇ ਸ਼੍ਰੀ ਅਜੀਤ ਸੰਗ ਮੋਰੇ ਆਗੇ ਬਿਨਰ ਪਕੂਨੇ। ਔਰ ਦੂਜੀ ਸਾਈਡ ਤੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ਨਾਲ ਦੋ ਹੱਥ ਕਰ ਰਹੇ ਹਨ, ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੰਦੇ ਜੀ। ਜੋ ਪਹੁੰਚੇ ਰੋਕਨ ਤਿਤ ਦਿਸ਼ ਕੋ ਹੋਏ ਸੋ ਪ੍ਰਾਨ ਬਹੀਨੋ। ਗੱਲ ਮੁਕਾਓ ਕਿ ਜਿਹੜਾ ਵੀ ਦੁਸ਼ਮਣ ਦਾ ਸਿਪਾਹੀ ਅੱਗੇ ਵੱਧਦਾ ਹੈ ਉਹ ਆਪਣੀ ਜਾਨ ਗਵਾ ਬੈਂਦਾ ਹੈ। ਅੜੇ ਸੋ ਝੜੇ ਵਾਲੀ ਗੱਲ ਹੈ। ਰੋਜ ਰਹੇ ਬੋ ਜੂਝ ਪੜੇਗਾ ਨਾ ਤਾਹਨੋ ਠਹਿਰਨ ਦੀਨੋ। ਔਰ ਗੁਰੂ ਪਿਆਰਿਓ ਹੁਣ ਲੜ ਲੜ ਕੇ ਬਹੁਤ ਸਾਰੇ ਮੁਗਲਾਂ ਦੇ, ਤੁਰਕਾਂ ਦੇ ਫੌਜੀ ਮਾਰੇ ਗਏ, ਕਿਸੇ ਨੂੰ ਅੱਗੇ ਆਉਣ ਨਹੀਂ ਦਿੰਦੇ। ਸਣੇ ਸਣੇ ਸਰਤਾ ਜਲ ਪਾਰ ਹੈ ਲੜਤ ਪਿਆਨੋ ਕੀਨੋ। ਇਉਂ ਲੜਦੇ ਲੜਦੇ ਜਿਹੜੀ ਹੈ ਨਦੀ ਸਰਸਾ ਉਸ ਦੇ ਨੇੜੇ ਪਹੁੰਚ ਗਏ ਜੀ। ਇਸ ਕੋ ਤਰ ਤਰ ਬਲ ਕੋ ਕਰ ਕਰ ਰੋਕਣ ਫਿਰ ਚਾਹੈ। ਔਰ ਗੁਰੂ ਕੀਆਂ ਫੌਜਾਂ ਬੜੇ ਜੋਸ਼ ਦੇ ਨਾਲ ਪਾਤਸ਼ਾਹ ਦਾ ਹੁਕਮ ਵਜਾਉਂਦੀਆਂ ਕਿ ਦੁਸ਼ਮਣ ਨੂੰ ਸਰਸਾ ਨਦੀ ਤੋਂ ਅੱਗੇ ਨਹੀਂ ਲੰਘਣ ਦੇਣਾ, ਤੇ ਗੁਰੂ ਕੀਆਂ ਫੌਜਾਂ ਗੁਰੂ ਪਿਆਰਿਓ ਇਹ ਨਿਭਾ ਰਹੀਆਂ ਹਨ। ਪਹੁੰਚੇ ਨਹੀਂ ਅਨੇਕ ਜਤਨ ਤੇ ਮਰ ਮਰ ਗਿਰੀ ਤਹਾ ਹੈ। ਪਰ ਗੁਰੂ ਪਿਆਰਿਓ ਬੜਾ ਜ਼ੋਰ ਲਾਉਂਦੇ ਆ, ਬੜਾ ਯਤਨ ਕਰਦੇ ਆ ਕਿ ਕਿਸੇ ਤਰ੍ਹਾਂ ਅਸੀਂ ਗੁਰੂ ਸਾਹਿਬ ਤੱਕ ਪਹੁੰਚ ਜਾਈਏ। ਖੈਰ ਨਾ ਬੀਤ ਸਰਨ ਕੀ ਬਰਖਾ ਤੀਨ ਚਾਰ ਬਿਤ ਜਾਏ। ਪਰ ਗੁਰੂ ਕੀਆਂ ਤੀਰਾਂ ਦੀ ਵਰਖਾ ਕਿਤੇ ਇਹਨਾਂ ਨੂੰ ਖੜਨ ਦਿੰਦੀ ਆ। ਸਤਿਗੁਰਾਂ ਦਾ 9 ਟੱਕ ਦਾ ਕਮਾਨ, ਮੈਂ ਕਹਿ ਦੇਵਾਂ ਜੀ 1 ਇੰਚ ਮੋਟੀ ਫਟੀ ਹੋਵੇਗੀ ਘੱਟੋ ਘੱਟ, ਜਾਂ ਇਦੋਂ ਵੀ ਜ਼ਿਆਦਾ ਹੋ ਸਕਦੀ ਹੈ, ਜਿਸ ਨੂੰ ਕੋਈ ਆਮ ਬੰਦਾ ਤਾਂ ਖਿੱਚ ਨਹੀਂ ਸਕਦਾ। ਬਾਂਸ ਦੀ ਇੰਨੀ ਮੋਟੀ ਕਮਾਨ ਨੂੰ 9 ਟੱਕ ਦਾ ਕਮਾਨ ਕੇਵਲ ਗੁਰੂ ਗੋਬਿੰਦ ਸਿੰਘ ਖਿੱਚਦੇ ਸਨ, ਤੇ ਉਸ ਕਮਾਨ ਨੂੰ ਖਿੱਚ ਕੇ ਜਦ ਛੱਡਦੇ ਸਨ ਕੰਨ ਤੱਕ, ਤੇ ਕਿੰਨੀ ਰਫ਼ਤਾਰ ਨਾਲ ਉਹ ਬਹਿਕ ਜਾਂਦਾ ਸੀ, ਤੇ ਫਿਰ ਉਹ ਤੀਰ ਦੀ ਅੱਗੇ ਕਿੰਨੀ ਰਫ਼ਤਾਰ ਹੋਵੇਗੀ। ਇਸ ਕਰਕੇ ਉਹ ਇੱਕ ਸੂਰਮੇ ਨੂੰ ਮਾਰ ਕੇ ਨਹੀਂ ਸੀ ਖੜਦਾ, ਉਹ 1 2 3 4 ਤੱਕ ਵੀ ਜਾ ਵੱਜਦਾ ਸੀ। ਬਿਨ ਮਾਰੇ ਕੋ ਛੂਚ ਨ ਚੱਲ ਹੈ ਹਰ ਪਟ ਮਰ ਸਮੁਦਾਈ। ਸਤਿਗੁਰਾਂ ਦਾ ਇੱਕ ਵੀ ਤੀਰ ਖਾਲੀ ਨਹੀਂ ਜਾਂਦਾ, ਚਾਹੇ ਉਹ ਦੁਸ਼ਮਣ ਨੂੰ ਮਾਰਦਾ ਤੇ ਚਾਹੇ ਘੋੜੇ ਨੂੰ ਮਾਰੇ। ਆਗੇ ਗੁਰ ਸੁਤ ਮਦ ਗੁਰੂ ਥਿਤ ਪਾਛੇ ਸਿੰਘ ਜੁਝਾਰੇ। ਔਰ ਗੁਰੂ ਪਿਆਰਿਓ ਅੱਗੇ ਗੁਰੂ ਪਾਤਸ਼ਾਹ ਜੀ ਦੇ ਸੁਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਉਸ ਤੋਂ ਪਿੱਛੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਉਸ ਤੋਂ ਪਿੱਛੇ ਜੂਝ ਰਹੇ ਸਿੰਘ ਜਿਹੜੇ ਹਨ ਦੁਸ਼ਮਣ ਨੂੰ ਮਾਤ ਦਿੰਦੇ ਹੋਏ ਸਰਸਾ ਨਦੀ ਵੱਲ ਵੱਧ ਰਹੇ ਹਨ। ਕਰੇ ਕਦਨ ਸ਼ਤਰੂ ਅਣਗਨ ਹੀ ਲੋਥ ਲੋਥ ਪਰ ਡਾਰੇ। ਇਉਂ ਗੁਰੂ ਪਿਆਰਿਓ ਦੁਸ਼ਮਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿਤਨੇ ਦੁਸ਼ਮਣ ਮਾਰੇ ਗਏ। ਬਾਅਦ ਵਿੱਚ ਜਦ ਸੰਸਾਰ ਨੇ ਦੇਖਿਆ ਇਹ ਨਿਰਮੋਹ ਦਾ ਮੈਦਾਨ ਜੋ ਕਈ ਕੋਹ ਦੇ ਵਿੱਚ ਫੈਲਿਆ ਹੋਇਆ ਸੀ, ਗੁਰੂ ਪਿਆਰਿਓ ਦੂਰ ਤੱਕ ਲੋਥਾਂ ਤੇ ਘੋੜੇ ਖਿੰਡੇ ਪਏ ਦਿਖਾਈ ਦਿੱਤੇ ਸਨ। ਇਸ ਤਰ੍ਹਾਂ ਕੋਈ ਗਿਣਤੀ ਨਹੀਂ ਦੁਸ਼ਮਣ ਕਿੰਨਾ ਮਾਰਿਆ ਗਿਆ ਹੈ ਜੀ। ਸ਼ਾਸਤਰਨ ਬਲਤੇ ਦੂਰ ਰਖੇ ਰਿਪਾ ਸਲਤਾ ਕਰੀ ਸੁਖੀਨਾ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਸ਼ਸਤਰਾਂ ਦੇ ਜੋੜ ਨਾਲ ਦੁਸ਼ਮਣ ਨੂੰ ਦੂਰ ਰੱਖਿਆ,
ਤੇ ਗੁਰੂ ਸਾਹਿਬ ਨਦੀ ਨੂੰ ਪਾਰ ਕਰਨ ਲੱਗੇ ਜੀ। ਪਾਰ ਗੁਰੂ ਜੁਤਾ ਸਿੰਘਨ ਸਭ ਦਾਦਾ ਉਰੇ ਮਲੇਛੀ ਸੈਨਾ। ਇਹੋ ਗੁਰੂ ਕੀਆਂ ਫੌਜਾਂ ਗੁਰੂ ਸਮੇਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਭਾਈ ਬਚਿੱਤਰ ਸਿੰਘ ਆਦਿ ਇਹਨਾਂ ਸਿੰਘਾਂ ਦੇ ਨਾਲ ਨਦੀ ਨੂੰ ਪਾਰ ਕਰ ਗਏ ਜੀ। ਸਰਤਾ ਵਿਖੇ ਪਰਮੇਸ਼ਰ ਚਾਹਤਾ ਪਰੇ ਤੀਰ ਅਗੋਰੇ। ਹੁਣ ਗੁਰੂ ਕੀਆਂ ਫੌਜਾਂ ਦੇ ਮਗਰ ਦੁਸ਼ਮਣ ਵੀ ਨਦੀ ਪਾਰ ਕਰਨਾ ਚਾਹੁੰਦਾ ਸੀ, ਪਰ ਨਦੀ ਵਿੱਚ ਵੜਨਾ ਚਾਹੁੰਦੇ ਆ ਤੇ ਅੱਗੋਂ ਆ ਕੇ ਤੀਰ ਗੋਲੀ ਵੱਜਦੀ ਹੈ ਤੇ ਖਾ ਕੇ ਤੀਰ ਗੋਲੀ ਨਦੀ ਵਿੱਚ ਰੁੜਨ ਲੱਗੇ ਜੀ। ਮਾਰੇ ਕਿਤਕ ਬਹਿ ਗਏ ਬੀਚ ਹੀ ਤੇਰੇ ਉਰਾਰੇ ਔਰੇ। ਔਰ ਇਸ ਤਰ੍ਹਾਂ ਉਰਲੇ ਪਾਸੇ ਹੀ ਨਿਰਮੋਹ ਵਾਲੇ ਪਾਸੇ ਹੀ ਬਹੁਤ ਸਾਰੇ ਦੁਸ਼ਮਣ ਮਰ ਗਏ ਤੇ ਕਈ ਗੁਰੂ ਦਾ ਪਿੱਛਾ ਕਰਦੇ ਕਰਦੇ ਨਦੀ ਵਿੱਚ ਰੁੜ ਚੱਲੇ ਜੀ। ਰਿਸ ਕੋ ਕਰਤ ਦੰਤ ਕੋ ਚਰਬਤ ਬਸਨੇ ਕਛੂ ਬਸਾਵੇ। ਬੜਾ ਗੁੱਸਾ ਆਉਂਦਾ ਤੁਰਕਾਂ ਦੇ ਪਹਾੜੀਆਂ ਨੂੰ, ਦੰਦ ਚੱਬਦੇ ਐ, ਬੁੱਲ ਚੱਬਦੇ ਐ, ਪਰ ਕੋਈ ਵਾਹ ਨਹੀਂ ਜਾਂਦਾ। ਇੰਨੇ ਇਕੱਠ ਦੇ ਵਿੱਚੋਂ ਗੁਰੂ ਸਾਹਿਬ ਸਹੀ ਸਲਾਮਤ ਨਿਕਲ ਗਏ ਆਪਣੀਆਂ ਫੌਜਾਂ ਨੂੰ ਲੈ ਕੇ। ਇਹ ਹੈਰਾਨ ਵੀ ਹਨ ਤੇ ਦੁਖੀ ਵੀ ਹਨ। ਗਰਜੇ ਤੋਂ ਪਟੋਲ ਕੋ ਮਾਰੇ ਖਰੇ ਹੋਣ ਨਹੀਂ ਪਾਵੇ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਸਿੰਘ ਗਰਜਦੇ ਹਨ ਤਾਂ ਮਾਨੋ ਕਿ ਗੁਰੂ ਦੀਆਂ ਫੌਜਾਂ ਦੇ ਜਕਾਰੇ ਵੀ ਦੁਸ਼ਮਣਾਂ ਨੂੰ ਹਿਲਾਉਣ ਵਾਲੇ ਆ। ਔਰ ਇਸ ਤਰ੍ਹਾਂ ਕਿਸੇ ਪਾਸਿਓਂ ਗੋਲੀ ਆ ਜਾਂਦੀ ਹੈ, ਕਿਸੇ ਪਾਸਿਓਂ ਤੀਰ ਆ ਜਾਂਦਾ ਹੈ, ਇਉਂ ਦੁਸ਼ਮਣਾਂ ਨੂੰ ਨਦੀ ਟੱਪਣ ਨਹੀਂ ਦਿੰਦੇ ਜੀ। ਭੀਮ ਚੰਦ ਆਦਿਕ ਸਭ ਰਾਜੇ ਮਿਲੇ ਵਜੀਦ ਪਠਾਨਾ। ਸਤਿਗੁਰੂ ਪਾਤਸ਼ਾਹ ਸਿੰਘਾਂ ਨਾਲ ਨਦੀ ਪਾਰ ਕਰ ਰਹੇ ਨੇ ਤੇ ਇਧਰ ਵਜੀਦਾ ਭੀਮ ਚੰਦ ਵਜੀਦਾ ਅਤੇ ਗੁਰੂ ਪਿਆਰਿਓ ਹਲੂਰੀਆ ਇਹ ਰਾਜੇ ਫਿਰ ਇਕੱਠੇ ਹੋ ਕੇ ਸਲਾਹਾਂ ਕਰਦੇ ਹਨ। ਅਬ ਤੋਂ ਪਾਰ ਪਰੇ ਦਿਰਹਿ ਕਰ ਹਤੇ ਤੁਪ ਕੇ ਅਰਬਾਨਾ। ਕਹਿੰਦੇ ਜਾਂ ਟੱਪ ਗਏ ਨਹਿਰ ਹੁਣ ਇਹਨਾਂ ਨੇ ਆਪਣੀ ਬਹੁਤ ਸਾਰੀ ਫੌਜ ਮਾਰ ਦਿੱਤੀ ਹੈ। ਨਾਹਕ ਸੈਨ ਨਹੀਂ ਹਨਵਾਵੋ ਗੁਰੂ ਸੂਰਮਾ ਭਾਰੀ। ਛੱਡੋ ਪਰੇ ਜਲ ਮੁੜ ਚੱਲੋ, ਨਹਿਰ ਤੋਂ ਅੱਗੇ ਟੱਪਣ ਦੀ ਇਹਨਾਂ ਨੇ ਫਿਰ ਸਲਾਹ ਨਾ ਕੀਤੀ ਕਿਉਂਕਿ ਦਿਨ ਵਿਸ਼ਵ ਦੇ ਨੇੜੇ ਸੀਗਾ ਤੇ ਸਤਿਗੁਰੂ ਪਾਤਸ਼ਾਹ ਨਦੀ ਨੂੰ ਪਾਰ ਕਰ ਗਏ ਸਰਸੇ ਨੂੰ। ਇਸ ਤਰ੍ਹਾਂ ਗੁਰੂ ਪਿਆਰਿਓ ਫਿਰ ਇਹਨਾਂ ਨੇ ਫਿਰ ਸਲਾਹ ਕੀਤੀ, ਛੱਡੋ ਯਾਰ ਕਾਹਨੂੰ ਐਵੇਂ ਫੌਜਾਂ ਮਰਵਾਈ ਜਾਂਦੇ ਆ, ਇਹ ਗੁਰੂ ਬੜਾ ਵੱਡਾ ਸੂਰਮਾ ਹੈ, ਇਹ ਸਾਡੇ ਕਾਬੂ ਵਿੱਚ ਨਹੀਂ ਆ ਰਿਹਾ ਜੀ। ਹਮਕੋ ਕਹਿਤ ਹੋਤੇ ਕਿਆ ਹੋ ਅਬ ਤੁਮ ਲਿਓ ਨਿਹਾਰੀ। ਔਰ ਵਜੀਦਾ ਕਹਿੰਦਾ ਭੀਮ ਚੰਦ ਵਰਗਿਆਂ ਨੂੰ, ਤੁਸੀਂ ਕੱਲ ਕਹਿੰਦੇ ਸੀ ਫਿਰ ਕੀ ਹੋ ਗਿਆ ਜੀ, ਇੰਨੇ ਕੁ ਮਰ ਗਏ, ਹੁਣ ਵੇਖ ਲਓ ਆ ਕੋਹਾਂ ਤੱਕ ਜੰਗ ਭਰ ਗਿਆ, ਮੈਦਾਨ ਭਰ ਗਿਆ ਤੇ ਜ਼ਿਆਦਾਤਰ 100% ਸਾਡੇ ਹੀ ਯੋਧੇ ਮਰੇ ਪਏ ਹਨ ਮੈਦਾਨ ਦੇ ਵਿੱਚ। ਦੇਖ ਲਓ ਅੱਖਾਂ ਦੇ ਨਾਲ। ਤੁਸੀਂ ਕਹਿੰਦੇ ਸੀ ਗੁਰੂ ਕੀ ਕਰ ਲਵੇਗਾ, ਆਪਾਂ ਹੁਣ ਫੜ ਲਵਾਂਗੇ ਜਾ ਕੇ। ਚਮ ਅਲਪ ਹੈ ਚਾਕਰ ਨਾਹਿਨਾ ਲਾਖੋ ਸੰਗ ਲੜੰਤਾ। ਕਮਾਲ ਦੀ ਗੱਲ ਹੈ, ਬਹੁਤੀ ਫੌਜ ਵੀ ਨਹੀਂ ਹੈ, ਬਹੁਤੇ ਨੌਕਰ ਵੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੇ ਕੋਲ। ਇੰਨੀ ਥੋੜੀ ਫੌਜ ਦੇ ਨਾਲ ਉਹ ਸਾਡਾ ਇੰਨਾ ਨੁਕਸਾਨ ਕਰ ਗਿਆ ਹੈ। ਕਹਿਬੇ ਮੇ ਤੜਕਾ ਨ ਆਵੇ ਤਿਮ ਗੁਰਬੀਰ ਦਿਖਤਾ। ਇਹ ਤਾਂ ਏਦਾਂ ਲੱਗਦਾ ਗੁਰੂ ਗੋਬਿੰਦ ਸਿੰਘ ਜਿਵੇਂ ਕੜਕਦੀ ਬਿਜਲੀ ਹੋਵੇ। ਹੁਣ ਕੜਕਦੀ ਬਿਜਲੀ ਨੂੰ ਕੌਣ ਹੱਥ ਪਾ ਸਕਦਾ? ਬੱਦਲਾਂ ਵਿੱਚ ਲੜਕਦੀ ਹੈ ਜਿਹੜੀ ਲਸ਼ਕਦੀ ਹੈ ਬਿਜਲੀ, ਉਹਨੂੰ ਕੋਈ ਫੜ ਸਕਦਾ? ਕਹਿੰਦੇ ਗੁਰੂ ਗੋਬਿੰਦ ਸਿੰਘ ਤੇ ਇਹਦੇ ਸਿੰਘ ਤਾਂ ਇਹ ਚਮਕਦੀ ਬਿਜਲੀ ਤਰ੍ਹਾਂ ਟੱਪ ਜਾਂਦੇ ਹਨ, ਇਹਨਾਂ ਨੂੰ ਕੋਈ ਨਹੀਂ ਫੜ ਸਕਦਾ। ਕਰੋ ਸੰਭਾਲਨ ਕਾਇਨ ਮਿਰਤਕ ਕਾਲਿਓ ਦੂਰ ਸੁਡੇਰਾ। ਛੱਡੋ ਯਾਰ ਇਦੋਂ ਕਹਾ ਪਿੱਛਾ ਨਹੀਂ ਕਰਦੇ ਆਪਾਂ, ਸਰਸਾ ਨਦੀ ਤੋਂ ਅੱਗੇ ਨਾ ਟੱਪੋ। ਇੱਕ ਚੜੀ ਹੋਈ ਹੈ, ਗੁਰੂ ਕੀਆਂ ਫੌਜਾਂ ਵੀ ਕਾਫੀ ਨਦੀ ਚੋਂ ਗੁਰੂ ਪਿਆਰ ਰੁੜ ਗਈਆਂ ਹਨ। ਸਤਿਗੁਰਾਂ ਦੇ ਕੋਲ ਕਾਫੀ ਸਾਰਾ ਇਤਿਹਾਸ ਵੀ ਸੀ ਲਿਖਿਆ ਹੋਇਆ, ਉਹ ਅੱਗੇ ਆਵੇਗਾ ਕਿਤਨਾ ਸੀ ਉਹ, ਤੇ ਉਹ ਵੀ ਉਸ ਵੇਲੇ ਸਰਸਾ ਨਦੀ ਦੀ ਭੇਟੀ ਕਰਨਾ ਪਿਆ ਕਿਉਂਕਿ ਹੁਣ ਜੰਗ ਦੇ ਵਿੱਚ ਸੰਭਾਲਣਾ ਬੜਾ ਮੁਸ਼ਕਲ ਸੀ। ਖੈਰ ਮਨੋਵਿਰਤੀਆਂ ਉੱਥੇ ਰੱਖੀ। ਇਹ ਵਜੀਦੇ ਵਰਗਿਆਂ ਦਾ ਦਿਲ ਹਲ ਗਿਆ, ਇਹ ਦਿਲ ਛੱਡ ਗਏ ਹਨ। ਤੇ ਜਦੋਂ ਯੋਧਾ ਕੋਈ ਸੂਰਮਾ ਦਿਲ ਛੱਡ ਜਾਵੇ ਉਹ ਜਿੱਤਦਾ ਵੀ ਹਾਰ ਜਾਂਦਾ ਹੈ ਤੇ ਗੁਰੂ ਕੀਆਂ ਫੌਜਾਂ ਦਿਲ ਨਹੀਂ ਛੱਡਦੀਆਂ। ਕੋ ਸਤਨਾਮ। ਇਸ ਕਰਕੇ ਹੁਣ ਵਜੀਦਾ ਕਹਿੰਦਾ ਕਿਉਂ ਫੌਜਾਂ ਮਰਵਾਈ ਜਾਂਦੇ ਹੋ? ਇਹ ਗੁਰੂ ਤਾਂ ਆਕਾਸ਼ੀ ਬਿਜਲੀ ਦੀ ਤਰ੍ਹਾਂ ਹੈ ਜਿਹੜਾ ਹੱਥ ਨਹੀਂ ਆਉਂਦਾ ਕਿਸੇ ਦੇ। ਹਮਰੇ ਦੇਸ਼ ਨਹੀਂ ਗੁਰ ਕਿਰਿਆ ਨਦੀ ਤੀਰ ਪਰ ਹੀਰਾ। ਚਲੋ ਸਾਡੇ ਪਹਾੜੀ ਇਲਾਕੇ ਚੋਂ ਨਿਕਲ ਗਿਆ,
ਸਾਡੇ ਪਹਾੜੀ ਇਲਾਕੇ ਚੋਂ ਨਿਕਲ ਗਿਆ ਹੁਣ ਗੁਰੂ, ਹੁਣ ਕਿਹੜਾ ਸਾਡੇ ਇਲਾਕੇ 'ਚ ਹੈ, ਆਪਾਂ ਆਪਣੇ ਇਲਾਕੇ 'ਚੋਂ ਕੱਢ ਦਿੱਤਾ ਹੈ। ਅਸਲ ਦੇ ਵਿੱਚ ਗੁਰੂ ਨੂੰ ਕੱਢਣ ਵਾਲਾ ਕੌਣ ਹੈ? ਇੱਕ ਛੋਟੀ ਜੀ ਕਹਾਣੀ ਆ। ਕਹਿੰਦੇ ਜਦੋਂ ਹਾਥੀ ਕਿਸੇ ਨਗਰ ਦੇ ਵਿੱਚ ਵੜਦਾ ਹੈ ਤਾਂ ਕੁੱਤੇ ਵੇਖ ਕੇ ਹੈਰਾਨ ਹੁੰਦੇ ਆ ਵੀ ਐਡਾ ਵੱਡਾ ਇਹ ਜਾਨਵਰ। ਉਹ ਅੱਗੋਂ ਭੌਂਕਦੇ ਹਨ ਵੀ ਅਸੀਂ ਪਿੰਡ ਵਿੱਚ ਵੜਨ ਨਹੀਂ ਦੇਣਾ, ਪਰ ਹਾਥੀ ਆਪਦੀ ਚਾਲ ਸਹਿਜੇ ਚੱਲਦਾ ਰਹਿੰਦਾ ਤੇ ਚੱਲਦਾ ਚੱਲਦਾ ਪਿੰਡ ਵਿੱਚ ਵੜ ਜਾਂਦਾ। ਤੇ ਜਦੋਂ ਹਾਥੀ ਪਿੰਡ ਦੇ ਦੂਜੇ ਸ਼ੌਰ ਤੇ ਦੂਜੇ ਪਾਸੇ ਚਲਿਆ ਜਾਂਦਾ ਹੈ, ਫਿਰ ਕੁੱਤੇ ਮਗਰਲੇ ਪਾਸੇ ਹੋ ਜਾਂਦੇ ਆ, ਕੱਢ ਕੇ ਹਟਾਂਗੇ ਕੱਢ ਕੇ ਹਟਾਂਗੇ। ਉਹ ਆਪਣੀ ਮੌਜ ਵਿੱਚ ਹੀ ਵੜਦਾ ਤੇ ਮੌਜ ਵਿੱਚ ਹੀ ਨਿਕਲ ਜਾਂਦਾ ਹੈ। ਗੁਰੂ ਨੂੰ ਕੌਣ ਹੈ ਨਗਰ ਚੋਂ ਕੱਢਣ ਵਾਲਾ? ਇਹ ਤਾਂ ਪਤਾ ਨਹੀਂ ਆਉਣ ਵਾਲੇ ਸਮੇਂ ਵਾਸਤੇ ਕਿੰਨੇ ਕਰਮ ਉਹਨਾਂ ਨੇ ਕਰਨੇ ਆ, ਕਿੰਨੇ ਭਾਣੇ ਵਰਤਾਉਣੇ ਆ, ਇਹ ਉਹਨਾਂ ਦੀ ਆਪਦੀ ਮਰਜ਼ੀ ਹੈ। ਪਰ ਇਹ ਕਹਿੰਦੇ ਆ ਆਪਾਂ ਕੱਢ ਦਿੱਤਾ ਹੈ ਅਨੰਦਪੁਰ ਦੇ ਇਲਾਕੇ ਚੋਂ, ਪਹਾੜੀ ਇਲਾਕੇ ਚੋਂ, ਹੁਣ ਕਿਹੜਾ ਉਹ ਸਾਡੇ ਇਲਾਕੇ ਵਿੱਚ ਹੈ। ਬਿਸਮਿਓ ਤਬ ਵਜ਼ੀਰ ਖਾਂ ਬੋਲਿਓ ਅਚਰਜ ਕੀਨ ਗਿਓ ਹੈ। ਯਾਰ ਮੈਂ ਹੈਰਾਨ ਹਾਂ, ਬੜੀਆਂ ਹੈਰਾਨੀ ਕਰਨ ਵਾਲੀਆਂ ਗੱਲਾਂ ਕਰ ਗਏ ਐ ਕਿ ਸਾਡੀ ਲੱਖਾਂ ਦੀ ਗਿਣਤੀ ਦੀ ਫੌਜ ਹੈ ਜਿਹੜੀ ਸੀ ਉਸ ਨੂੰ ਖਤਮ ਕਰ ਗਿਆ ਜੀ। ਜਲ ਪ੍ਰਵਾਸ ਸਮਰੋ ਕਿਉ ਨਾ ਕਿਮੋ ਮਾਰਤ ਪਾਰ ਪਿਉ ਹੈ। ਉਹ ਸਾਡੀਆਂ ਫੌਜਾਂ ਨੂੰ ਮਾਰਦੇ ਮਾਰਦੇ ਪਾਣੀ ਨੂੰ ਜਿਵੇਂ ਕੋਈ ਰੋਕ ਨਹੀਂ ਸਕਦਾ, ਇਸੇ ਤਰ੍ਹਾਂ ਨਦੀ ਵੀ ਪਾਰ ਕਰ ਗਿਆ ਹੈ। ਨਦੀ ਦਾ ਪ੍ਰਵਾਹ ਵੀ ਉਹਨੂੰ ਰੋਕ ਨਹੀਂ ਸਕਿਆ। ਪੰਜ ਸੋ ਪਟ ਕੋ ਖੇਤ ਪਰਿਓ ਪੇਕਾ ਪੁਰੀ ਨਾਚਤ ਕੀ ਬਾਛੇ। ਚਲੋ ਛੱਡੋ, ਹੁਣ ਆਪਾਂ ਆਪਣੇ ਫੌਜੀਆਂ ਨੂੰ ਸੰਭਾਲੀਏ, ਮਰਿਆ ਹੋਇਆਂ ਨੂੰ ਸੰਭਾਲੀਏ। ਪੁੰਜ ਕਹਿੰਦੀ ਹੈ ਬਹੁਤ ਸਾਰੇ ਸੂਰਬੀਰਾਂ ਨੂੰ, ਭਾਵ ਸਾਡੀ ਤੁਰਕਾਂ ਦੀ ਫੌਜ ਨੂੰ, ਪਹਾੜੀਆਂ ਦੇ ਯੋਧਿਆਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿੱਚ ਸਿੱਟ ਗਿਆ ਹੈ। ਔਰ ਪਿਖਪੁਰੀ ਨਾ ਚਿੱਤ ਕੀ ਬਾਛੇ, ਔਰ ਕੋਈ ਆਨੰਦਪੁਰੀ ਦੇ ਨਾਲ ਇਸ ਦਾ ਮੋਹ ਵੀ ਨਹੀਂ ਰਿਹਾ। ਪਕਰਿਓ ਗਿਓ ਨਾ ਪਿਓ ਸੰਗਾਰਨਾ ਵਿਜੇ ਦੇਤ ਗੁਰ ਗਾਛੇ। ਇਸ ਤਰ੍ਹਾਂ ਕਹਿੰਦੇ ਨਾ ਅਸੀਂ ਉਸ ਨੂੰ ਫੜ ਸਕੇ ਤੇ ਨਾ ਹੀ ਉਸ ਨੂੰ ਮਾਰ ਸਕੇ। ਸਮਝੋ ਗੁਰੂ ਜਿੱਤ ਕੇ ਨਿਕਲ ਗਿਆ ਦੁਸ਼ਮਣਾਂ ਨੂੰ ਮਾਰਦਾ ਹੋਇਆ। ਰਿਦੇ ਬਸੂਰਤ ਮੂਰਖ ਮਿਲ ਕੇ ਮੈਂ ਮਾਤੇ ਅਨਜਾਣੇ। ਔਰ ਇਸ ਤਰ੍ਹਾਂ ਇਹ ਸਾਰੇ ਮੂਰਖ, ਰਾਵਣ ਨੂੰ ਵੀ ਮੂਰਖ ਕਿਹਾ, ਇਸੇ ਤਰ੍ਹਾਂ ਹੀ ਇਹਨਾਂ ਨੂੰ ਭਾਈ ਸਾਹਿਬ ਨੇ ਮੂਰਖ ਕਿਹਾ। ਕਹਿੰਦੇ ਮੂਰਖ ਗੁਰੂ ਦੇ ਨਾਲ ਆਡਾ ਵਿੱਢ ਕੇ ਹੁਣ ਕੇਵਲ ਇਹਨਾਂ ਦੇ ਹੱਥ ਪਛਤਾਵਾ ਰਹਿ ਗਿਆ ਹੈ, ਨਾ ਗੁਰੂ ਨੂੰ ਫੜ ਸਕੇ ਨਾ ਗੁਰੂ ਨੂੰ ਮਾਰ ਸਕੇ। ਤਜ ਸਲਤਾ ਤੱਕ ਦੂਰ ਪਿੱਛੇ ਹਟ ਡੇਰਾ ਪਾਇ ਸਥਾਨੇ। ਹੁਣ ਇਹਨਾਂ ਨੇ ਪਿੱਛੇ ਹਟਣਾ ਕੀਤਾ। ਬਚੀ ਹੋਈ ਫੌਜ ਨੂੰ ਕਹਿੰਦੇ ਯਾਰ ਮੁਰਦਿਆਂ ਨੂੰ ਦੇਖੋ, ਜੇ ਕੋਈ ਸਹਿਕਦਾ ਤੇ ਉਹਨੂੰ ਚੱਕੋ, ਮਲਮ ਪੱਟੀ ਕਰੋ, ਬਚਾਉਣਾ ਕਰੋ। ਇਹ ਪਹਾੜੀ ਤੇ ਤੁਰਕਾਂ ਦੀ ਫੌਜ ਪਿੱਛੇ ਹਟ ਗਈ ਹੈ। ਸਤਿਗੁਰੂ ਕੁਝ ਸਿੰਘਾਂ ਦੇ ਸਮੇਤ ਨਦੀ ਪਾਰ ਕਰ ਗਏ ਜੀ। ਗੁਰ ਕੀ ਤੋਪ ਨਾ ਗੋਰਾ ਪਹੁੰਚੇ ਕੋਸਕ ਤਜ ਕਰ ਆਏ। ਇਸ ਤਰ੍ਹਾਂ ਪਹਾੜੀਏ ਕਹਿਣ ਲੱਗੇ ਚੰਗਾ ਫੇ ਦੂਰ ਜਾ ਕੇ ਯਾਰ ਟਿਕਾਣਾ ਕਰੋ, ਜਿੱਥੋਂ ਤੱਕ ਗੁਰੂ ਦੀ ਗੋਲੀ ਤੀਰ ਤੋਪ ਦਾ ਗੋਲਾ ਕੋਈ ਸਾਡੇ ਤੱਕ ਪਹੁੰਚ ਨਾ ਸਕੇ। ਕਾਇਤ ਕਰਾਏ ਅਣਕ ਬੇਦਰ ਕੇ ਫਿਰ ਸੁਚੇਤ ਸਮਝਾਏ। ਔਰ ਇਸ ਤਰ੍ਹਾਂ ਵਜੀਦੇ ਦੇ ਬਚੇ ਹੋਏ ਫੌਜੀ, ਬਚੇ ਹੋਏ ਹਿੰਦੂ ਪਹਾੜੀ ਰਾਜੇ, ਗੁਰੂ ਪਿਆਰਿਓ, ਇਹ ਸਾਰੇ ਨਦੀ ਤੋਂ ਕਾਫੀ ਦੂਰ ਜਾ ਕੇ ਡੇਰਾ ਕਰਦੇ ਐ, ਜਿੱਥੋਂ ਤੱਕ ਗੁਰੂ ਸਾਹਿਬ ਦਾ ਕੋਈ ਸ਼ਸਤਰ ਗੋਲੀ ਤੀਰ ਆਦਿ ਆ ਨਾ ਸਕੇ। ਪਰ ਹਜੇ ਵੀ ਸੌਂਦੇ ਨਹੀਂ, ਪਤਾ ਨਹੀਂ ਸਿੰਘ ਕਦੋਂ ਆ ਜਾਣ। ਇਹਨਾਂ ਤੋਂ ਸੁੱਤਿਆਂ ਪਿਆਂ ਨੂੰ ਸੁਪਨੇ ਆਉਂਦੇ ਹੋਣਗੇ ਵੀ ਸਿੰਘ ਆ ਗਏ, ਸਿੰਘ ਆ ਗਏ, ਉੱਠ ਕੇ ਬੁਲਾ ਕੇ ਰੌਲਾ ਪਾਉਂਦੇ ਹੋਣਗੇ। ਨੀਂਦ ਕਿੱਥੇ ਆਉਣੀ ਆ। ਜਾਗਰਤ ਰਹੇ ਨਾ ਆਏ ਪਰੇ ਗੁਰ ਕਸ ਤੁਫੰਗ ਤਰ ਹੱਥ ਔਰ ਜਾਗਦੇ ਬੈਠੇ ਐ, ਪਹਿਰੇ ਤੇ ਬੈਠੇ ਐ, ਸੁਚੇਤ ਬੈਠੇ ਐ, ਕਿਤੇ ਫੇਰ ਨਾ ਸਿੰਘ ਆ ਜਾਣ ਗੋਲੀਆਂ ਭਰ ਕੇ ਤੇ ਸਾਡੇ ਤੇ ਹਮਲਾ ਕਰ ਦੇਣ। ਬਰੇ ਅਣਕ ਕੋ ਕਰੇ ਸੰਭਾਲਣਾ ਪਰੇ ਮਿਲੇ ਰਲ ਸਾਥ। ਔਰ ਇਹਨਾਂ ਨੇ ਹੌਲੀ ਹੌਲੀ ਰਾਤੇ ਰਾਤ ਚੋਰੀਆਂ ਚੋਰੀਆਂ ਆਪਣੇ ਮੁਰਦਿਆਂ ਨੂੰ, ਮਰਿਆ ਹੋਇਆਂ ਨੂੰ, ਜਾਂ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ ਹੈ ਜੀ। ਭੀਮ ਚੰਦ ਕਰ ਬੰਦ ਬਿਨੇ ਕਹਿ ਦੇਵੋ ਤਰਬੋ ਤੰਗਾ। ਹੁਣ ਭੀਮ ਚੰਦ ਨੇ, ਜਿਸ ਦਾ ਖਿਆਲ ਸੀ ਕਿ ਜਦ ਵਜੀਦਾ ਆ ਗਿਆ ਤੇ ਮੈਂ ਗੁਰੂ ਸਾਹਿਬ ਨੂੰ ਫੜ ਲੈਣਾ ਔਰ ਔਰੰਗਜ਼ੇਬ ਵੀ ਮੈਨੂੰ ਸ਼ਾਬਾਸ਼ੇ ਦੇਵੇਗਾ, ਬਾਬੇ ਬਾ ਕਮਾਲ ਕਰਤੀ, ਬਾਗੀ ਗੁਰੂ ਨੂੰ ਫੜ ਲਿਆ, ਆਕੀ ਗੁਰੂ ਨੂੰ ਫੜ ਲਿਆ। ਪਰ ਕਿੱਥੇ ਇਹਦੇ ਹੱਥ ਆਉਣਾ ਸੀ। ਪਹਿਲਾਂ ਇਹਨੇ ਕਾਫੀ ਰਿਸ਼ਵਤ ਦੇ ਕੇ, ਕਾਫੀ ਪੈਸੇ ਭੇਜ ਕੇ ਵਜੀਦੇ ਨੂੰ ਦਿੱਲੀੋਂ ਮੰਗਾਇਆ ਸੀ।
ਹੁਣ ਜਾਂਦੇ ਹੋਏ ਨੂੰ ਵੀ ਕਾਫੀ ਰਿਸ਼ਵਤ ਦੇ ਕੇ ਵਿਦਾ ਕਰਦਾ ਹੈ। ਚਲ ਕੋਈ ਨਹੀਂ ਭਾਈ ਸਾਹਿਬ, ਜਿਹੜੇ ਮਰ ਗਏ ਹੁਣ ਉਹ ਤਾਂ ਮੁੜਦੇ ਨਹੀਂ। ਚਲ ਤੁਹਾਡੀ ਜਾਨ ਬਚ ਗਈ, ਆ ਲਓ ਸਾਡੇ ਵੱਲੋਂ ਇੰਨੀ ਕੁ ਭੇਟਾ। ਪਤਾ ਨਹੀਂ ਕਿੰਨੀ ਮਾਇਆ ਉਹਨੂੰ ਦੇ ਕੇ ਇਸ ਨੇ ਖਹਿੜਾ ਛੜਾਇਆ ਹੋਣਾ। ਅਪਰ ਅਜੈਬ ਵਸਤੂ ਦੇ ਕਰ ਇੱਕ ਸ਼ਿੰਗਾਰ ਮਤੰਗਾ। ਬਹੁਤ ਸਾਰੀਆਂ ਕੀਮਤੀ ਵਸਤੂਆਂ ਤੇ ਇੱਕ ਹਾਥੀ ਇਸ ਨੇ ਵਜੀਦੇ ਨੂੰ ਦੇਣਾ ਕੀਤਾ ਹੈ ਜੀ। ਆਨ ਬਚਾਵੋ ਭਈ ਸਹਾਇਕ ਨਤ ਗੁਰ ਦੀਸ਼ ਨਿਕਾਰ। ਸ਼ੁਕਰ ਹੈ ਤੁਸੀਂ ਸਾਨੂੰ ਬਚਾ ਲਿਆ। ਦੇਖੋ ਇਹ ਜਰਨੈਲ ਜੀ ਆਪਦੀ ਜਾਨ ਬਚਾਉਂਦੇ ਆ, ਜਨਤਾ ਭਾਵੇਂ ਮਰੀ ਜਾਵੇ। ਇਹ ਸੰਸਾਰ ਦੇ ਲੋਕਾਂ ਨੂੰ ਜਨਤਾ ਦਾ ਕੋਈ ਫਿਕਰ ਨਹੀਂ ਹੁੰਦਾਗਾ। ਪਹਾੜੀਆ ਕਹਿੰਦਾ ਸ਼ੁਕਰ ਹੈ ਸਾਡੀ ਜਾਨ ਬਚਾਤੀ, ਤੇ ਜਿਹੜੇ ਫੌਜੀ ਮਰ ਗਏ ਉਹ ਕਿਸੇ ਦੇ ਬੱਚੇ ਨਹੀਂ ਹੈਗੇ। ਇਸ ਕਰਕੇ ਕਹਿੰਦਾ ਸ਼ੁਕਰ ਹੈ ਤੁਸੀਂ ਆ ਕੇ ਸਾਨੂੰ ਬਚਾ ਦਿੱਤਾ, ਸਾਡੀ ਮਦਦ ਕੀਤੀ। ਨਹੀਂ ਤਾਂ ਗੁਰੂ ਨੇ ਸਾਡੇ ਦੇਸ਼ ਪਹਾੜੀ ਇਲਾਕੇ ਤੇ ਕਬਜ਼ਾ ਕਰ ਲਿਆ ਸੀ। ਮੂਰਖ ਨੂੰ ਇਹ ਨਹੀਂ ਪਤਾ ਵੀ ਗੁਰੂ ਤਾਂ ਸਾਰੇ ਸੰਸਾਰ ਦਾ ਵਾਲੀ ਹੈ। ਤੇਰੇ ਕੱਲੇ ਇੱਕ ਆਨੰਦਪੁਰ ਤੇ ਥੋੜਾ ਹੀ ਖੜਾ ਜਾਂ ਥੋੜੇ ਪਹਾੜੀ ਇਲਾਕੇ ਤੇ ਥੋੜਾ ਹੀ ਖੜਾ, ਉਹ ਤਾਂ ਆਲ ਵਰਲਡ ਦਾ ਵਾਲੀ ਹੈ। ਅੱਜ ਅਸੀਂ ਸਾਰੇ ਸੰਸਾਰ ਦੇ ਲੋਕ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਆ, ਔਰ ਆਲ ਵਰਲਡ ਦੇ ਲੋਕ ਮੰਨਦੇ ਹਨ। ਜਿੱਥੇ ਜਿੱਥੇ ਵੀ ਸਿੰਘ ਵਸਦੇ ਆ ਉੱਥੇ ਉੱਥੇ ਗੁਰੂ ਕੇ ਨਿਸ਼ਾਨ ਝੂੜ ਰਹੇ ਹਨ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਹਦਾ ਗੁਰੂ ਪਿਆਰਿਓ ਇਹਨਾਂ ਨੇ ਆਪਸ ਵਿੱਚ ਗੱਲਾਂ ਕੀਤੀਆਂ ਜੀ। ਅਬ ਬਸ ਬੋਹੇ ਸੈਲ ਵਿਖੇ ਹਮ ਗੁਰੂ ਪਿਓ ਜਬ ਪਾਰੈ। ਹੁਣ ਅਸੀਂ ਕਹਿੰਦੇ ਪਹਾੜਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਕੱਢ ਦਿੱਤਾ। ਭਾਈ ਸਾਹਿਬ ਧੰਨਵਾਦ ਤੁਹਾਡਾ, ਵਜੀਦੇ ਨੂੰ ਕਹਿੰਦੇ ਆ, ਤੁਸੀਂ ਉਹਨਾਂ ਨੂੰ ਇੱਥੋਂ ਕੱਢ ਦਿੱਤਾ ਹੈ, ਹੁਣ ਅਸੀਂ ਸੁਖੀ ਬਸਾਂਗੇ। ਇਤਿਹਾਸਿਕ ਕੈ ਰੁਖਸ਼ਦ ਕੀ ਨਸਾ ਪੁਰ ਸਿਰਾਂ ਦੇ ਅਬ ਜਾਵੋ। ਇਹਨਾਂ ਕਹਿ ਕੇ ਭੀਮ ਚੰਦ ਵਰਗਿਆਂ ਨੇ ਵਜੀਦ ਖਾਨ ਨੂੰ ਵਿਦਾ ਕੀਤਾ ਹੈ। ਹਮ ਹਜ਼ਰਤ ਕੇ ਨਿਤ ਗੁਲਾਮ ਹੈ ਪੀਰ ਪਰੇ ਤਬ ਆਵੋ। ਔਰ ਫਿਰ ਕਹਿੰਦੇ ਐ ਬੜੇ ਚਲਾਕ ਹੈ ਪਹਾੜੀਏ, ਇਹ ਵੀ ਹਿੰਦੂ ਬ੍ਰਾਹਮਣ ਹਨ ਸਾਰੇ ਕੋ ਸਤਨਾਮ। ਇਹ ਪਹਿਲਾਂ ਤੋਂ ਹੀ ਬੜਾ ਚਲਾਕ ਹੈ। ਲੋੜ ਪੈਣ ਤੇ ਗਊ ਬਣ ਜਾਂਦਾ, ਲੋੜ ਪੈਣ ਤੇ ਸਿੰਘ ਨਿਕਲੇ ਆਉਂਦੇ ਆ ਕੋ ਸਤਨਾਮ। ਇਸ ਕਰਕੇ ਫੇਰ ਜਾਂਦੇ ਨੂੰ ਕਹਿੰਦਾ ਹੈ ਅਸੀਂ ਜੀ ਬਾਦਸ਼ਾਹ ਸਲਾਮਤ ਦੇ ਔਰੰਗਜ਼ੇਬ ਦੇ ਗੁਲਾਮ ਹਾਂ। ਜਦੋਂ ਸਾਡੇ ਤੇ ਭੀੜ ਹੋਈ, ਜਦੋਂ ਸਾਨੂੰ ਲੋੜ ਪਈ, ਫਿਰ ਕਿਰਪਾ ਕਰਿਓ। ਹੋਤ ਬਰਾਤ ਕੇ ਹਮ ਰਜ ਕੇ ਮੈਂ ਜੇ ਹੈ ਮਿਟੀ ਲੜਾਈ। ਔਰ ਅੱਜ ਰਾਤ ਤਾਂ ਇੱਥੇ ਕੱਢਦੇ ਆ, ਕੱਲ ਨੂੰ ਦਿਨ ਚੜ੍ਹਦਾ ਹੈ ਤੇ ਵਾਪਸ ਆਪੋ ਆਪਣੇ ਰਾਜਾਂ ਨੂੰ ਚਲੇ ਜਾਵਾਂਗੇ। ਸ਼ੁਕਰ ਹੈ ਲੜਾਈ ਮਿਟ ਗਈ ਕਹਿੰਦੇ। ਸਕਲ ਸੈਲ ਪਤ ਸੂਬੇ ਸਨ ਮੇਰਾ ਪਹੁੰਚੇ ਨਿਜ ਨਿਜ ਥਾਈ। ਇਹੋ ਸਾਰੇ ਗੁਰੂ ਪਿਆਰਿਓ ਸੈਲਪਤੀ ਪਹਾੜੀ ਰਾਜੇ ਵਜੀਦ ਖਾਨ ਨੂੰ ਮਿਲ ਕੇ ਆਪੋ ਆਪਣੇ ਤੰਬੂਆਂ ਵਿੱਚ ਆਰਾਮ ਕਰਨ ਲੱਗੇ ਜੀ। ਰੋਦਨ ਪੀਠ ਬੋ ਸ਼ੋਕ ਮਹਾਨਾ ਗਿਰਗਨ ਕਰ ਕਰ ਹੋਵਾ। ਪਰ ਪਹਾੜੀ ਇਲਾਕੇ ਦੇ ਵਿੱਚ ਭੀਮ ਚੰਦ ਆਪਣੀ ਜਾਨ ਨੂੰ ਰੋ ਰਿਹਾ ਹੈ ਤੇ ਸਾਰੇ ਪਹਾੜੀ ਇਲਾਕੇ 'ਚ ਘਰ ਘਰ ਰੋਣਾ ਪਿੱਟਣਾ ਪਿਆ ਹੋਇਆ। ਜਿਹੜਾ ਉਹ ਕਿਸੇ ਦੇ ਬੱਚੇ ਨਹੀਂ ਸੀ। ਧੰਨ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਨੂੰ ਛੱਡਦੇ ਹੋਏ ਜਦੋਂ ਨਿਕਲਦੀ ਹੈ ਗੁਰੂ ਪਿਆਰਿਓ ਜ਼ਖਮੀਆਂ ਵਿੱਚ ਦੀ, ਮੁਰਦਿਆਂ ਵਿੱਚ ਦੀ, ਉੱਥੇ ਉਹਨਾਂ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਉਹ ਵੀ ਪਏ ਹਨ। ਤੇ ਦਇਆ ਸਿੰਘ ਆਪਣੇ ਲੱਕ ਤੋਂ ਪਰਨਾ ਖੋਲ ਕੇ ਉਹਨਾਂ ਤੇ ਪਾਉਣ ਲੱਗਿਆ ਤੇ ਪਾਤਸ਼ਾਹ ਕਹਿੰਦੇ ਕੀ ਕਰਦਾ ਮਹਾਰਾਜ, ਕਰ ਕੀ ਸਕਦੇ ਆ, ਹੁਣ ਸਾਹਿਬਜ਼ਾਦਿਆਂ ਦੇ ਸਰੀਰ ਵੀ ਸੰਭਾਲ ਨਹੀਂ ਸਕਦੇ, ਥੋੜਾ ਕੱਪੜਾ ਤਾਂ ਪਾ ਦਈਏ। ਨਹੀਂ, ਜੇ ਤੇਰੇ ਕੋਲ ਇੰਨਾ ਕੱਪੜਾ ਹੈ ਕਿ ਸਾਰਿਆਂ ਉੱਤੇ ਪਾ ਦੇਵੇਂ ਤਾਂ ਪਾ ਦੇ, ਨਹੀਂ ਤਾਂ ਇਹ ਤੂੰ ਵੀ ਚੱਕ ਲੈ। ਉਹ ਸਿੱਖ ਵੀ ਮੇਰੇ ਪੁੱਤ ਸਨ, ਸਿੰਘ ਵੀ ਮੇਰੇ ਪੁੱਤਰ ਸਨ, ਇਹ ਸਾਰੇ ਮੇਰੇ ਹੀ ਆ, ਕਿਉਂਕਿ ਗੁਰੂ ਪਰਮੇਸ਼ਰ ਸਰੂਪ ਹੈ। ਇੱਕ ਐਸਾ ਤਮਾਸ਼ਾ ਕਰਕੇ ਆਇਆ, ਕਰਨ ਆਇਆ ਤੇ ਦੇਖਣ ਆਇਆ ਤੇ ਸ੍ਰਿਸ਼ਟੀ ਨੂੰ ਸਿੱਧੇ ਰਸਤੇ ਪਾਉਣ ਆਇਆ। ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗ ਤਮਾਸ਼ਾ। ਮੈਨੂੰ ਰੱਬ ਨਾ ਕਹਿ ਦਿਓ, ਮੇਰੀ ਪਰਮੇਸ਼ਰ ਨੇ ਡਿਊਟੀ ਲਾਈ ਹੈ, ਜਾਏ ਜਹਾਂ ਤੇ ਧਰਮ ਵਿਥਾਰੋ ਦੁਸ਼ਟ ਦੋਖੀਆਂ ਨਾ ਪਕੜ ਪਛਾਰੋ। ਇਸ ਕਰਕੇ ਦਇਆ ਸਿੰਘ ਚੱਕ ਲੈ ਇਹ ਕੱਪੜਾ, ਜਾਂ ਤਾਂ ਸਾਰਿਆਂ ਤੇ ਪਾ ਦੇ ਜਾਂ ਇਹਨਾਂ ਨੂੰ ਵੀ ਛੱਡ ਦੇ। ਇਦਾਂ ਹੀ ਤੇ ਦੂਜੇ ਪਾਸੇ ਭੀਮ ਚੰਦ ਵਰਗੇ ਪਹਾੜੀ ਰਾਜੇ ਨੇ ਲੋਕਾਂ ਦੇ ਘਰੇ ਰੋਣਾ ਪਿੱਟਣਾ ਪਿਆ, ਉਹ ਇਹਨਾਂ ਦੇ ਬੋਲੇ ਕੰਨਾਂ ਨੂੰ ਸੁਣਦਾ ਨਹੀਂ, ਆਪਦੀ ਜਾਨ ਬਚਾ ਕੇ ਬੜੇ ਖੁਸ਼ ਹਨ। ਇਸ ਕੋ ਸੁਤ ਪਿਤ ਭਰਾਤਾ ਪਤ ਹੱਤ ਆਪਣ ਸੰਬੰਧਨ ਜੋਗਾ। ਕਿਸੇ ਦਾ ਪੁੱਤ ਮਰ ਗਿਆ, ਕਿਸੇ ਦਾ ਪਿਤਾ ਮਰ ਗਿਆ, ਕਿਸੇ ਦਾ ਭਰਾ ਮਰ ਗਿਆ, ਕਿਸੇ ਦਾ ਰਿਸ਼ਤੇਦਾਰ ਸਾਕ ਸੰਬੰਧੀ ਮਰ ਗਿਆ, ਕਿਸੇ ਪਤਨੀ ਦਾ ਪਤੀ ਮਰ ਗਿਆ, ਕਿਸੇ ਮਾਂ ਦਾ ਪੁੱਤ ਮਰ ਗਿਆ। ਸਾਰੇ ਪਹਾੜੀ ਇਲਾਕੇ ਵਿੱਚ ਰੋਣਾ ਪਿੱਟਣਾ
ਪਿਆ ਹੋਇਆ ਜੀ। भीम चंद को गार निकार है परजा सो पट ਕਿ मरवाई। ਜੇ ਭੀਮ ਚੰਦ ਇਹ ਲੜਾਈ ਨਾ ਕਰਦਾ, ਗੁਰੂ ਸਾਹਿਬ ਨੇ ਕਿਹੜਾ ਇਹਨਾਂ ਦੇਸ਼ ਨੂੰ ਕਬਜ਼ਾ ਕਰ ਲਿਆ ਸੀਗਾ, ਤੇ ਗੁਰੂ ਸਾਹਿਬ ਤਾਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੈ। ਪਰ ਇਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਗੁਰੂ ਸਾਹਿਬ ਨਾਲ ਆਡਾ ਵਿੱਢ ਕੇ ਤੇ ਸਾਰੇ ਪਹਾੜੀ ਇਲਾਕੇ ਦੀਆਂ ਇਸਤਰੀਆਂ ਰੋਂਦੀਆਂ ਹੋਈਆਂ ਇਸ ਭੀਮ ਚੰਦ ਨੂੰ ਫਟਕਾਰਾ ਲਾਹਨਤਾਂ ਪਾਉਂਦੀਆਂ, ਇਸ ਨੂੰ ਗਾਲਾਂ ਕੱਢਦੀਆਂ, ਕਹਿੰਦੇ साहिब करामात संग भर के क्या दीनस दुख पाए। ਕੀ ਖੱਟਿਆ ਇਸ ਦੁਸ਼ਟ ਭੀਮ ਚੰਦ ਨੇ, ਜਿਵੇਂ ਅੱਜ ਦੀਆਂ ਸਰਕਾਰਾਂ ਨੂੰ ਸਾਰੀ ਦੁਨੀਆ ਕਹਿੰਦੀ ਆ ਬੁਰਾ ਭਲਾ, ਬਈ ਕੀ ਤੁਸੀਂ ਇਸ ਪੰਜਾਬ ਦੇ ਨਾਲ ਆਡਾ ਵਿੱਢ ਕੇ ਖੱਟਿਆ, ਸਾਰੇ ਸੰਸਾਰ ਨੂੰ ਦੁਖੀ ਕਰ ਛੱਡਿਆ। ਉਸ ਵੇਲੇ ਪਹਾੜੀ ਰਾਜੇ ਦੇ ਪਹਾੜੀ ਰਾਜਾਂ ਦੇ ਲੋਕ ਹੈ ਜਿਹੜੇ ਪਹਾੜਾਂ ਦੇ, ਉਹ ਕਹਿੰਦੇ ਕਰਾਮਾਤੀ ਸਾਹਿਬ ਦੇ ਨਾਲ, ਸ਼ਕਤੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹਨੇ ਭਿੜ ਕੇ ਦੱਸੋ ਕੀ ਖੱਟਿਆ। ਆਪ ਤਾਂ ਆਪ ਦੇ ਘਰੇ ਜਾ ਵੜੂਗਾ, ਪਰ ਸਾਡੇ ਤਾਂ ਜਣੇ ਅਨੇਕਾਂ ਹੀ ਧੀਆਂ ਪੁੱਤਰ, ਅਨੇਕਾਂ ਹੀ ਸਾਡੇ ਪਤੀ, ਸਾਡੇ ਮਾਂ-ਬਾਪ ਇਹਨਾਂ ਨੇ ਮਰਵਾ ਦਿੱਤੇ ਹਨ। श्री गुरु महाराज तट पर ले सुख सो कर विश्रामा। ਪ੍ਰੀਤਮ ਜੀ ਨਦੀ ਦੇ ਪਾਰਲੇ ਪਾਰ ਲੰਘ ਗਏ ਹਨ, ਤੇ ਜਿੰਨੇ ਸਿੰਘ ਸੀ ਆਪਣਾ ਲੰਘ ਗਏ ਨਦੀ ਨੂੰ, ਉਹ ਵੀ ਸਤਿਗੁਰਾਂ ਦੇ ਕੋਲ ਬੈਠੇ ਹਨ। कायद सकल संभारण कीने अरे कीन रण कामा। ਉਹ ਜੰਗ ਦੇ ਮੈਦਾਨ ਨੂੰ ਜਿੱਤ ਕਰਕੇ ਪਰਲੇ ਪਾਸੇ ਸਰਸਾ ਨਦੀ ਟੱਪ ਕੇ ਬੈਠੇ ਹਨ, ਔਰ ਫਿਰ ਸਿੰਘਾਂ ਨੇ ਵੀ ਆਪਣੇ ਜ਼ਖਮੀਆਂ ਦੀ ਸੰਭਾਲ ਕਰਨੀ ਸ਼ੁਰੂ ਕੀਤੀ ਹੈ। मृतक सिंह सब दाह कराए पहुंचाए सुर लोका। ਔਰ ਜਿਹੜੇ ਸ਼ਹੀਦ ਹੋ ਗਏ ਸਨ, ਗੁਰੂ ਕੀਆਂ ਫੌਜਾਂ ਨੇ ਉਹਨਾਂ ਨੂੰ ਵੀ ਮੈਦਾਨ ਚੋਂ ਇਕੱਠੇ ਕੀਤਾ ਹੈ, ਔਰ ਉਹਨਾਂ ਸਾਰਿਆਂ ਦਾ ਸੰਸਕਾਰ ਕਰ ਦਿੱਤਾ ਜੀ। साध पत्थर कायल पर लाए पीर मिटी न शोका। ਔਰ ਸਾਧ ਪੱਤਰ ਦੀ ਮੱਲਮ ਜੋ ਹਮੇਸ਼ਾ ਗੁਰੂ ਘਰ ਦੇ ਵਿੱਚ ਤਿਆਰ ਰਹਿੰਦੀ ਹੈ, ਜ਼ਖਮੀਆਂ ਦੇ ਜ਼ਖਮਾਂ ਉੱਤੇ ਸਾਧ ਪੱਤਰ ਦੀ ਮੱਲਮ ਲਾਈ ਗਈ ਹੈ, ਜਿਸ ਦੇ ਨਾਲ ਦਰਦ ਖਤਮ ਹੋਇਆ ਜੀ। मेरा कर आराम पट सगरे खान पान सब कीना। ਔਰ ਗੁਰੂ ਕੀਆਂ ਫੌਜਾਂ ਨੇ ਵੀ ਨਹਿਰ ਦੇ ਨਦੀ ਦੇ ਸਰਸਾ ਨਦੀ ਦੇ ਪਰਲੇ ਪਾਸੇ ਆਰਾਮ ਕੀਤਾ, ਡੇਰਾ ਕੀਤਾ ਹੈ, ਔਰ ਜਲ ਪਾਣੀ ਛਕਿਆ ਹੈ ਜੀ। सोपत जता सुख रात बिताई पई प्रात तम छीना। ਇਸ ਤਰ੍ਹਾਂ ਗੁਰੂ ਪਿਆਰਿਓ ਸੌ ਕਰਕੇ ਸਤਿਗੁਰਾਂ ਨੇ ਰਾਤ ਬਤੀਤ ਕੀਤੀ ਹੈ, ਅੰਮ੍ਰਿਤ ਵੇਲਾ ਹੋਇਆ ਹੈ ਜੀ। राग बिसाली को तबिया हो चरण सरोजन बंदे। ਤਾਂ ਗੁਰੂ ਪਿਆਰਿਓ ਉਸ ਵੇਲੇ ਵਿਸਾਲੀ ਵਾਲਾ ਰਾਜਾ ਜਿਹੜਾ ਕੱਲ ਕਹਿੰਦਾ ਸੀ ਮਹਾਰਾਜ ਲੜਾਈ ਬੰਦ ਕਰੋ ਤੇ ਤੁਸੀਂ ਜਿਹੜਾ ਹੈ ਮੇਰੇ ਦੇਸ਼ ਵਿੱਚ ਚੱਲੋ, ਅੱਜ ਫਿਰ ਉਹ ਵਿਸਾਲੀ ਵਾਲਾ ਰਾਜਾ ਮਿਲਣ ਆਇਆ। ਇੱਥੇ ਕਥਾ ਕਰਨੀ ਬਣਦੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਸਰੇ ਦਿਨ ਅੰਮ੍ਰਿਤ ਵੇਲੇ ਭਾਈ ਦਇਆ ਸਿੰਘ ਹੋਰਾਂ ਨੂੰ ਕਿਹਾ ਸੀਗਾ, ਦਇਆ ਸਿੰਘ ਭੁੱਖ ਲੱਗੀ ਆ ਮਹਾਰਾਜ, ਕਾਦੀ ਭੁੱਖ ਲੱਗੀ ਐ ਇਸ ਵੇਲੇ, ਕੀ ਛਕਣਾ ਹੈ? ਕਹਿੰਦੇ ਕੀ ਛਕਿਆ ਕਰਦੇ ਆ? ਬਾਦਸ਼ਾਹ ਕਹਿੰਦੇ ਸਿੰਘਾ ਆਪਾਂ ਇਸ ਵੇਲੇ ਕੀ ਛਕਿਆ ਕਰਦੇ ਆ, ਤੂੰ ਦੱਸ। ਕਹਿੰਦੇ ਜੀ ਹੁਣ ਤਾਂ ਕੀਰਤਨ ਦਾ ਸਮਾਂ ਆਸਾ ਦੀ ਵਾਰ ਦਾ। ਕਹਿੰਦੇ ਬਸ ਫਿਰ ਉਹੀ ਤਾਂ ਛਕਣਾ। ਕਹਿੰਦੀ ਆਸਾ ਦੀ ਵਾਰ ਦਾ ਕੀਰਤਨ ਕਰੀਏ। ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਸਾ ਜੀ ਕੀ ਵਾਰ ਦਾ ਕੀਰਤਨ ਕੀਤਾ ਹੈ, ਆਪਣੇ ਸਰਿੰਦੇ ਦੇ ਨਾਲ, ਆਪਣੇ ਸਾਜ਼ ਦੇ ਨਾਲ ਆਪ। ਤੇ ਗੁਰੂ ਪਿਆਰਿਓ ਉਸ ਵੇਲੇ ਇਧਰ ਕੀਰਤਨ ਹੁੰਦਾ ਰਿਹਾ ਤੇ ਦੂਜੇ ਪਾਸੇ ਕਹਿੰਦੇ ਜੰਗ ਚੱਲਦੀ ਰਹੀ। ਤੇ ਦਇਆ ਸਿੰਘ ਕਹਿਣ ਲੱਗਿਆ ਮਹਾਰਾਜ ਅੱਜ ਆਪਾਂ ਕੀਰਤਨ ਨਾ ਕਰਦੇ, ਲੰਘ ਚੱਲਦੇ। ਬਾਦਸ਼ਾਹ ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਇਤਨੇ ਸਿੰਘਾਂ ਦਾ ਜਿਹੜਾ ਹੈ ਆਪਣਿਆਂ ਦਾ ਸ਼ਹੀਦੀਆਂ ਹੋ ਗਈਆਂ। ਬਾਦਸ਼ਾਹ ਕਹਿੰਦੇ ਫਿਰ ਕੀ ਹੋਇਆ? ਇੱਥੇ ਮਾਨੋ ਇੱਕ ਸਾਨੂੰ ਪੂਰਨਾ ਪਾਉਂਦੇ ਐ, ਜਿਵੇਂ ਪੁਰਾਣੇ ਸਮਿਆਂ 'ਚ ਫੱਟੀਆਂ ਉੱਤੇ ਮਾਸਟਰ ਸਾਨੂੰ ਊੜਾੜਾ ਲਿਖ ਕੇ ਦਿੰਦੇ ਸੀ ਨਾ, ਪੈਨਸਲ ਨਾਲ ਉੱਤੇ ਆਪਾਂ ਕਾਲੀ ਸ਼ਾਹੀ ਨਾਲ ਲਿਖਦੇ ਸੀ। ਤਾਂ ਮਾਨੋ ਇਹ ਪੂਰਨਾ ਪਾਉਂਦੇ ਐ ਕਿ ਸਿੱਖ ਨੂੰ ਔਖੇ ਸਮੇਂ ਤੇ ਸੌਖੇ ਸਮੇਂ ਦੋਨਾਂ ਸਮਿਆਂ 'ਚ ਨਿਤਨੇਮ ਨਹੀਂ ਭੁਲਾਉਣਾ ਚਾਹੀਦਾ। ਕੋ ਸਪਨੋ ਨਿਤਨੇਮ ਨਹੀਂ ਖਿਲਾਉਣਾ ਚਾਹੀਦਾ। ਖੈਰ ਸਤਿਗੁਰਾਂ ਦੇ ਕੋਲ ਵਿਸਾਲੀ ਵਾਲਾ ਰਾਜਾ ਆਇਆ ਹੈ। करे वार्ता संगर केरे होवत हृदय आनंदे। ਉਹ ਫਿਰ ਸਤਿਗੁਰਾਂ ਨੇ ਰਾਜੇ ਵਿਸਾਲੀ ਦੇ ਨਾਲ ਵੀ ਅੱਜ ਜੰਗ ਦੀ ਜਿਹੜੀ ਅੱਜ ਕੱਲ ਜੰਗ ਹੋਇਆ ਸਾਰਾ ਦਿਨ, ਦੂਜੇ ਦਿਨ ਵਿਸਾਲੀ ਨਾਲ ਇਹਦੇ ਵਿਸ਼ੇ ਤੇ ਗੱਲਾਂ ਬਾਤਾਂ ਹੋਈਆਂ ਜੀ। ਧੰਨ ਗੁਰੂ ਪੂਰਨ ਪ੍ਰਭ ਕਰਤਾ ਸੰਸਰ ਆਨ ਨ ਕੋਈ। ਉਹ ਸੁਣ ਕਰਕੇ ਵਿਸਾਲੀ ਰਾਜਾ ਬੜਾ ਖੁਸ਼ ਤੇ ਹੈਰਾਨ ਹੁੰਦਾ ਹੈ
कि किस तरह गुरु साहब ने ਲੱਖਾਂ ਦੀ ਗਿਣਤੀ ਦੀ फौज ਦੇ ਨਾਲ ਟਾਕਰਾ ਲਿਆ ਔਰ ਉਹਨਾਂ ਨੂੰ ਹਰਾ ਕੇ ਭਜਾਇਆ। ਇਸ ਤਰ੍ਹਾਂ ਗੁਰੂ ਪਿਆਰਿਓ ਵਿਸਾਲੀ ਦਾ ਰਾਜਾ ਜਿਹੜਾ ਸੁਣ ਕੇ ਖੁਸ਼ ਹੁੰਦਾ ਹੈ ਤੇ ਕਹਿੰਦਾ ਧੰਨੋ ਪਾਤਸ਼ਾਹ ਤੁਸੀਂ, ਤੁਹਾਡੇ ਵਰਗਾ ਕੋਈ ਨਹੀਂ। ਭੀਮ ਚੰਦ ਹੰਕਾਰ ਨਿਕੰਦਾ ਤੁਰਕਨ ਕੀ ਪਤ ਕੋਏ। ਇਸ ਤਰ੍ਹਾਂ ਹੰਕਾਰੀ ਭੀਮ ਚੰਦ ਜਿਹੜਾ ਹੈ ਇਸ ਨੇ ਆਪਣੀ ਤਾਂ ਇੱਜ਼ਤ ਖਰਾਬ ਕੀਤੀ ਤੁਰਕਾਂ ਦੀ ਵੀ ਕੀਤੀ, ਵਜੀਦੇ ਨੂੰ ਸੱਦ ਕੇ ਉਹਨਾਂ ਨੂੰ ਵੀ ਹਾਰ ਦਿੱਤੇ ਹੈ। ਪਾਰਸਤਾਨ ਕੀ ਤਰਨ ਮਾਹੀ ਸੰਕੀਰਣ ਨਰਪੁਰਾ। ਔਰ ਗੁਰੂ ਪਿਆਰਿਓ ਹੁਣ ਜੰਗ ਦੇ ਮੈਦਾਨ ਵਾਜਾ ਦਿਨ ਚੜੇ ਨਿਗਾਹ ਵੱਜਦੀ ਆ ਦੂਰ ਤੱਕ ਔਰ ਮੈਦਾਨ ਭਰਿਆ ਪਿਆ, ਕਿਧਰੇ ਮਨੁੱਖ ਮਰੇ ਪਏ ਨੇ, ਕਿਧਰੇ ਘੋੜੇ ਮਰੇ ਪਏ ਹਨ। ਜਿਤ ਕਿਤ ਮਰੇ ਮਰੇ ਦ੍ਰਿਸ਼ਾਵੈ ਕੂਕੀ ਚੰਬਕ ਭੂਰਾ। ਔਰ ਦੂਰ ਤੱਕ ਜਿੱਥੋਂ ਤੱਕ ਮਨੁੱਖ ਦੀ ਨਿਗਾਹ ਜਾਂਦੀ ਹੈ ਨਾ, ਆਨੰਦਪੁਰ ਸਾਹਿਬ ਦੇ ਕਿਲੇ ਤੋਂ ਲੈ ਕੇ ਸਰਸਾ ਨਦੀ ਦੇ ਵਿਚਾਲੇ ਜਿਹੜਾ ਮੈਦਾਨ ਸੀ ਦੂਰ ਤੱਕ ਉਹ ਮੁਰਦਿਆਂ ਦੇ ਨਾਲ ਭਰਿਆ ਪਿਆ, ਜਿਸ ਦੇ ਵਿੱਚ ਗਿੱਦੜ ਕੁੱਤੇ ਆਦਿ ਚੀਕਾਂ ਮਾਰਦੇ ਫਿਰਦੇ ਆ, ਮਾਸ ਖਾਣ ਵਾਲੇ ਜਾਨਵਰ। ਗਿਰਤ ਫਿਰੇ ਤੈ ਕਈ ਹਜ਼ਾਰੋਂ ਸਵਨ ਪੁਕਾਰਤ ਬ੍ਰਿੰਦਾ। ਔਰ ਹਜ਼ਾਰਾਂ ਦੀ ਗਿਣਤੀ ਵਿੱਚ ਗਿਰਜਾਂ ਆ ਗਈਆਂ। ਅੱਜ ਕੱਲ ਤਾਂ ਗਿਰਜਾਂ ਬਹੁਤ ਘੱਟ ਦਿਖਾਈ ਦਿੰਦੀਆਂ, ਪਹਿਲਾਂ ਬੜੀਆਂ ਹੁੰਦੀਆਂ ਸੀ। ਔਰ ਗਿਰਜ ਨੂੰ ਤੇ ਸੂਰ ਨੂੰ ਭਗਤਾਂ ਨੇ ਸਲਾਹਿਆ ਵੀ ਹੈ, ਕਹਿੰਦੇ ਮਨਮੁਖ ਬੰਦੇ ਨਾਲ ਤਾਂ ਸੂਰ ਚੰਗਾ ਹੈ, ਘੱਟੋ ਘੱਟ ਨਗਰ ਦੀ ਸਫਾਈ ਤਾਂ ਕਰਦਾ। ਇਹ ਗਿਰਜਾਂ ਵੀ ਗੁਰੂ ਪਿਆਰਿਓ ਸਫਾਈ ਕਰਦੀਆਂ ਸਨ। ਪੁਰਾਣੇ ਸਮਿਆਂ 'ਚ ਆਪਾਂ ਦੇਖਦਾ ਸੀਗੇ ਜਿੱਥੇ ਮਰੇ ਪਸ਼ੂ ਸਿੱਟ ਕੇ ਆਉਂਦੇ ਸੀ, ਉਹਨਾਂ ਦੇ ਮਾਸ ਨੂੰ ਇਹੀ ਨਿਬੇੜਦੀਆਂ ਸੀ। ਕੋ ਸਤਨਾਮ। ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਕਹਿੰਦੇ ਵੱਡੀਆਂ ਵੱਡੀਆਂ ਗਿਰਜਾਂ ਉਤਰ ਆਈਆਂ ਤੇ ਮੁਰਦਿਆਂ ਨੂੰ ਖਾ ਰਹੀਆਂ ਹਨ। ਕਈ ਦਿਵਸ ਲੈ ਖਾਏ ਅਗਾਮ ਹੈ ਤੁਰਿਓ ਨਾ ਪਰਿਓ ਬਿਲੰਦਾ। ਔਰ ਕਈ ਦਿਨ ਇਹ ਗਿਰਜਾਂ ਜਿਹੜੀਆਂ ਉਹ ਮੁਰਦਿਆਂ ਦਾ ਮਾਸ ਖਾਂਦੀਆਂ ਰਹੀਆਂ, ਕਿਉਂਕਿ ਨਾ ਤਾਂ ਪਹਾੜੀਆਂ ਨੇ ਆਪਣੇ ਸਿਪਾਹੀ ਸੰਭਾਲੇ ਤੇ ਨਾ ਤੁਰਕਾਂ ਨੇ ਸੰਭਾਲੇ। ਗੁਰੂ ਕੀਆਂ ਫੌਜਾਂ ਨੇ ਆਪਣੇ ਸਿੰਘਾਂ ਨੂੰ ਚੁਣ ਕਰਕੇ ਵਿੱਚੋਂ ਚੱਕ ਕਰਕੇ ਉਹਨਾਂ ਦੇ ਸੰਸਕਾਰ ਕਰ ਦਿੱਤੇ ਸਨ। ਕਹਿੰਦੇ ਇਹਨਾਂ ਗਿਰਜਾਂ ਦਾ ਮਾਸ ਖਾਣ ਵਾਲੇ ਜਾਨਵਰਾਂ ਦਾ ਕਈ ਦਿਨਾਂ ਦਾ ਇੰਤਜ਼ਾਮ ਹੋ ਗਿਆ ਤੇ ਖਾਂਦੇ ਰਹੇ। ਮੁਝ ਕੋ ਜਾਣੇ ਆਪਣਾ ਚੇਰਾ ਨਗਰ ਚਲੋ ਦਰਗਹਿਰੋ। ਔਰ ਇਹ ਵਿਸਾਲੀ ਰਾਜਾ ਕਹਿ ਰਿਹਾ ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਹੁਣ ਤਾਂ ਮੇਰੇ ਨਗਰ ਚਰਨ ਪਾ ਦਿਓ ਜੀ। ਚਰਨ ਸਰੋਜਨ ਪਾਇਨ ਕੀਤ ਹੈ ਪਾਵਨ ਕੀਜੇ ਮੇਰੋ। ਆਪਣੇ ਪਵਿੱਤਰ ਚਰਨ ਪਾ ਕਰਕੇ ਮੇਰੇ ਘਰ ਵਿੱਚ ਮੇਰੇ ਨਗਰ ਵਿੱਚ ਪਵਿੱਤਰ ਕਰ ਦਿਓ ਜੀ। ਵਸਤ ਦਾਸ ਕੀ ਕਰਤੇ ਆਦਿਕ ਸਭ ਆਪਣੀ ਪ੍ਰਭ ਜਾਨੋ। ਜੋ ਵੀ ਤੁਹਾਡੇ ਇਸ ਦਾਸ ਦੇ ਘਰ ਵਿੱਚ ਹੈ ਉਹ ਸਭ ਕੁਝ ਤੁਹਾਡੇ ਵਾਸਤੇ ਹੀ ਹੈ ਮਹਾਰਾਜ, ਜੋ ਚਾਹੋ ਸੋ ਵਰਤੋ। ਚਾਹੋ ਸੋ ਵਰਤੋ ਕਰਨਾ ਕਰਕੇ ਮਨ ਭਾਵਤ ਸੁਖ ਠਾਨੋ। ਜਿਹੜੀਆਂ ਵਸਤੂਆਂ ਦੀ ਲੋੜ ਹੈ ਮਹਾਰਾਜ ਹਾਜ਼ਰ ਹੈ, ਮਨ ਭਾਵਤ ਜੋ ਚਾਹੀਦਾ ਮੈਨੂੰ ਦੱਸੋ ਤੇ ਆਰਾਮ ਕਰੋ ਜੀ। ਇਸ ਪ੍ਰਕਾਰ ਕੋ ਪ੍ਰੇਮ ਪੀਕ ਕਰ ਸਤਿਗੁਰ ਭੈ ਕਿਰਪਾਲਾ। ਸਤਿਗੁਰੂ ਪਾਤਸ਼ਾਹ ਜੀ ਇਹਦਾ ਪ੍ਰੇਮ ਦੇਖ ਕਰਕੇ ਦਇਆ ਦੇ ਘਰ ਆਏ ਜੀ। ਜੀਨ ਪਵਾਇ ਕਰਾਇਓ ਧੁੰਦਬਾ ਦੀਰਘ ਨਾਦ ਉਠਾਲਾ। ਉਹ ਸਤਿਗੁਰਾਂ ਨੇ ਘੋੜੇ ਤੇ ਕਾਠੀ ਪਵਾਈ ਹੈ, ਨਗਾਰੇ ਤੇ ਚੋਟ ਮਾਰੀ ਹੈ ਔਰ ਚਾਲੇ ਪਾਏ ਜੀ। ਕਰਿਓ ਕੋਚ ਪ੍ਰਭ ਰਾਵ ਸੰਗ ਲੈ ਬਾਤੇ ਕਰਤ ਪਿਆਨੇ। ਵਿਸਾਲੀ ਦੇ ਰਾਜੇ ਦੇ ਨਾਲ ਪਾਤਸ਼ਾਹ ਜੀ ਨੇ ਇਥੋਂ ਗੱਲਾਂ ਬਾਤਾਂ ਕਰਦਿਆਂ ਹੋਇਆ ਕੋਚ ਕੀਤਾ ਹੈ। ਦੇਖ ਸਰੂਪ ਤ੍ਰਿਪਤ ਨ ਹੋਵਤ ਰਹੇ ਬਿਰਾਜ ਮਹਾਨੇ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਸ਼ੋਭਾ ਦੇ ਘਰ ਜਿਨ੍ਹਾਂ ਦੇ ਦਰਸ਼ਨ ਕਰਕੇ ਬੰਦਾ ਰੱਜਦਾ ਨਹੀਂ। ਆਨੋ ਤਾਰੇ ਅਨਿਤ ਭਾਉ ਕਰ ਸੇਵਾ ਮੇ ਮਨ ਲਾਇਓ। ਔਰ ਬੜਾ ਪ੍ਰੇਮ ਦੇ ਨਾਲ ਵਿਸਾਲੀ ਨੇ ਆਪਣੇ ਮਹਿਲਾਂ ਵਿੱਚ ਲਿਜਾ ਕੇ ਗੁਰੂ ਕੀ ਸੇਵਾ ਕੀਤੀ ਹੈ। ਬਾਚਤ ਬਸਤ ਪ੍ਰੇਮ ਤੇ ਦੇ ਕਰ ਹਿਰਦੇ ਅਧਿਕ ਹਰਿ ਖਾਇਓ। ਔਰ ਗੁਰੂ ਕੇ ਸਿੰਘਾਂ ਦੀ ਜੋ ਲੋੜ ਮੁਤਾਬਕ ਸੇਵਾ ਕਰਕੇ ਬੜਾ ਖੁਸ਼ ਹੋਇਆ ਹੈ। ਸ੍ਰੀ ਅਜੀਤ ਸਿੰਘ ਸਰਬ ਖਾਲਸਾ ਰੱਬ ਭਾਵ ਕੋਹੀਰੋ। ਔਰ ਗੁਰੂ ਕੀਆਂ ਫੌਜਾਂ ਨੇ ਸ਼ਹਿਬਜ਼ਾਦਾ ਅਜੀਤ ਸਿੰਘ ਸ਼ਹਿਬਜ਼ਾਦਿਆਂ ਨੇ ਇਸ ਤਰ੍ਹਾਂ ਰਾਜੇ ਦਾ ਪ੍ਰੇਮ ਦੇਖਿਆ ਜਦ ਸ੍ਰੀ ਪ੍ਰਭ ਨਿਕਟ ਪ੍ਰਸੰਸਾ ਠਾਨਤ ਪ੍ਰੇਮੀ ਭਾਗ ਵਡੇਰੇ। ਧੰਨ ਗੁਰੂ
ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਪਾਤਸ਼ਾਹ ਇਹ ਤਾਂ ਬੜਾ ਹੀ ਪ੍ਰੇਮ ਕਰਦਾ ਹੈ, ਤੁਹਾਡੇ ਨਾਲ ਵੱਡੇ ਭਾਗਾਂ ਵਾਲਾ ਹੈ। ਸਰਬ ਭਾਂਤ ਕਰੇ ਸਭ ਸੁਖ ਪਾ ਬਾਚਕ ਵਸਤ ਪਹੁੰਚਾਏ। ਇਸ ਤਰ੍ਹਾਂ ਜਿਸ ਨੇ ਸਾਡੀ ਬੜੀ ਸੇਵਾ ਕੀਤੀ ਹੈ, ਲੋੜ ਮੁਤਾਬਕ ਬਹੁਤ ਪ੍ਰੇਮੀ ਹੈ ਤੁਹਾਡਾ। ਖਾਨ ਪਾਨ ਕਰ ਅਦ ਕਨੰਦੇ ਗੁਰ ਤੇ ਖੁਸ਼ੀ ਕਰਾਏ। ਭੋਜਨ ਪ੍ਰਸ਼ਾਦਾ ਛਕ ਕੇ ਗੁਰੂ ਸਾਹਿਬ ਤੋਂ ਉਹਨੇ ਲਈ ਖੁਸ਼ੀਆਂ ਦੀ ਬੇਨਤੀ ਕੀਤੀ ਹੈ। ਦੋਹਰਾ ਬਸੇ ਵਿਸਾਲੀ ਨਗਰ ਮੈਂ ਗੁਰੂ ਗਰੀਬ ਨਿਵਾਸ। ਕਿਉਂ ਸਤਿਗੁਰੂ ਪਾਤਸ਼ਾਹ ਜੀ ਵਿਸਾਲੀ ਨਗਰ ਦੇ ਰਾਜੇ ਕੋਲ ਕੁਝ ਦਿਨ ਰਹਿਣਾ ਕੀਤਾ ਹੈ ਜੀ। ਆਏ ਰਾਮ ਬੰਦਨ ਕਰੈ ਸੇਵੇ ਜਿਤਕ ਸਮਾਜ। ਉਹ ਰਾਜਾ ਵੀ ਰੋਜ਼ਾਨਾ ਸਤਿਗੁਰਾਂ ਦੇ ਚਰਨ ਵਿੱਚ ਆਉਂਦਾ ਹੈ, ਦਰਸ਼ਨ ਕਰਦਾ ਹੈ ਤੇ ਲੋੜ ਮੁਤਾਬਕ ਜੋ ਇੱਛਾ ਹੁੰਦੀ ਹੈ ਉਹ ਸੇਵਾ ਕਰਦਾ ਹੈ। ਅੱਗੇ ਕੀ ਹੋਇਆ ਇਹ ਵਿਚਾਰਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਵੱਧ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਤੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਬਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ। ਹੇ ਸੰਤ ਕੈ ਸਦਾ ਸੰਗ ਦੀਦਾਰਾ ਆਧਾਰ। ਹੇ ਠਾਕੁਰ ਆਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਇਹ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ।